ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਸਪੈਕਟਰਮ ਦੇਖਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਜਿਸ ਤਰੀਕੇ ਨਾਲ ਕਰੋਨਾ ਨੂੰ ਲੈ ਕੇ ਹੁਣ ਪੂਰੀ ਦੁਨੀਆ ਦੇ ਵਿੱਚ ਲੋਕ ਸਹਿਮੇ ਹੋਏ ਨੇ, ਤਾਂ ਇਹ ਤਾਦਾਦ ਜਿਹੜੀ ਹੈ ਉਹ ਭਾਰਤ ਵਿੱਚ ਵੀ ਵਧਦੀ ਜਾ ਰਹੀ ਹੈ। ਲੋਕ ਘਰਾਂ ਦੇ ਵਿੱਚ ਬੰਦ ਨੇ। ਸਰਕਾਰ ਨੇ ਕਹਿ ਦਿੱਤਾ ਕਿ 3 ਮਈ ਤੱਕ ਲੋਕਡਾਊਨ ਰਹੇਗਾ, ਯਾਨੀ ਕਿ ਸਾਰੇ ਹੀ ਜਿਹੜਾ ਦੇਸ਼ ਆ ਉਹ ਘਰਾਂ ਦੇ ਵਿੱਚ ਬੰਦ ਰਹੇਗਾ। ਸਿਰਫ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਉਹ ਚੱਲਣਗੀਆਂ। ਹੁਣ ਇਸ ਤਰੀਕੇ ਨਾਲ ਜੇ ਲੋਕਡਾਊਨ ਕੀਤਾ ਗਿਆ ਤਾਂ ਇਹ ਆਪਣੀ ਭਲਾਈ ਵਾਸਤੇ ਕੀਤਾ ਗਿਆ, ਕਿਉਂਕਿ ਕਰੋਨਾ ਦੀ ਜਿਹੜੀ ਚੈਨ ਹੈ ਉਸ ਦਾ ਕੋਈ ਇਲਾਜ ਨਹੀਂ ਆਇਆ, ਉਸ ਦੀ ਕੋਈ ਵੈਕਸੀਨ ਹਲੇ ਤੱਕ ਤਿਆਰ ਨਹੀਂ ਹੋਈ। ਸਭ ਤੋਂ ਵੱਡਾ ਇਲਾਜ ਇਹੀ ਹੈ ਕਿ ਤੁਸੀਂ ਪਰਹੇਜ਼ ਰੱਖੋ, ਇੱਕ ਦੂਸਰੇ ਨੂੰ ਮਿਲਣ ਤੋਂ ਬਚੋ, ਤੇ ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਨੇ ਸਰਕਾਰ ਨੇ ਉਸ ਵਿੱਚ ਛੂਟ ਦਿੱਤੀ ਹੋਈ ਹੈ। ਜਿਸ ਤਰੀਕੇ ਨਾਲ ਸਾਨੂੰ ਵੀ ਮੈਸੇਜ ਜਾਂ ਕਾਲ ਵਗੈਰਾ ਆਉਂਦੀਆਂ ਨੇ ਕਿ ਅਸੀਂ ਬਹੁਤ ਸਮਾਂ ਹੋ ਗਿਆ ਅਸੀਂ ਘਰ ਬੈਠੇ ਹੋਏ ਹਾਂ, ਤਾਂ ਹੁਣ ਅਸੀਂ ਆਪਣੇ ਆਪ ਨੂੰ ਫਰੈਸ਼ ਕਿੱਦਾਂ ਕਰ ਸਕਦੇ ਹਾਂ ਜਾਂ ਆਪਣੇ ਦਿਮਾਗ ਨੂੰ ਅਸੀਂ ਤਾਜ਼ਾ ਕਿੱਦਾਂ ਕਰ ਸਕਦੇ ਹਾਂ, ਕਿਉਂਕਿ ਬਾਹਰ ਨਿਕਲ ਨਹੀਂ ਸਕਦੇ। ਬਾਹਰ ਧਾਰਾ 144 ਲੱਗੀ ਹੋਈ ਹੈ, 188 ਦੇ ਤਹਿਤ ਮਾਮਲੇ ਵੀ ਦਰਜ ਕੀਤੇ ਜਾ ਰਹੇ ਨੇ, ਪਰ ਕਿਤੇ ਨਾ ਕਿਤੇ ਜਾ ਕੇ ਇਹ ਸਿਰਫ ਤੁਹਾਡੇ ਲਈ ਕੀਤਾ ਜਾ ਰਿਹਾ। ਤੇ ਆਪਾਂ ਅੱਜ ਗੱਲ ਕਰਾਂਗੇ, ਕੁਦਰਤ ਦੀ ਵੀ ਗੱਲ ਕਰਾਂਗੇ। ਜਿਸ ਤਰੀਕੇ ਨਾਲ ਆਪਾਂ ਕੱਲ ਵੀ ਗੱਲ ਕੀਤੀ ਸੀ, ਕੱਲ ਵੀ ਸਾਡੇ ਨਾਲ ਗੈਸਟ ਜੁੜੇ ਹੋਏ ਸੀ, ਉਹਨਾਂ ਨੇ ਤੁਹਾਨੂੰ ਕਾਫੀ ਕੁਝ ਦੱਸਿਆ ਕੁਦਰਤ ਬਾਰੇ ਤੇ ਲੋਕਾਂ ਦੇ ਜੀਵਨ ਬਾਰੇ ਵੀ ਦੱਸਿਆ। ਕਈ ਇਹ ਵੀ ਕਹਿੰਦੇ ਸੀ ਕਿ ਜੇ ਸ਼ੋਪਿੰਗ ਮਾਲ ਬੰਦ ਹੋ ਜਾਣ ਜਾਂ ਆਪਾਂ ਨੂੰ ਯੰਗ ਫੂਡ ਨਾ ਮਿਲੇ ਤਾਂ ਸ਼ਾਇਦ ਹੋ ਸਕਦਾ ਕਿ ਦੁਨੀਆ ਰੁਕ ਜਾਵੇ, ਪਰ ਅਜਿਹਾ ਕੁਝ ਨਹੀਂ ਹੈਗਾ। ਇਹ ਤੁਸੀਂ ਵੀ ਸ਼ਾਇਦ ਪਿਛਲੇ 1 ਮਹੀਨੇ ਤੋਂ ਦੇਖ ਲਿਆ ਹੋਣਾ ਹੈ। ਅੱਜ ਸਾਡੇ ਨਾਲ ਜਿਹੜੇ ਮਹਿਮਾਨ ਹੋਣਗੇ ਉਹ ਕਿਸੇ ਮੁਹਤਾਜ ਨਹੀਂ ਇੰਟਰੋਡਕਸ਼ਨ ਦੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਕੁਛ ਹੀ ਪਲਾਂ 'ਚ ਸਾਡੇ ਨਾਲ ਜੁੜ ਜਾਣਗੇ। ਪਿੰਕੀ ਮੋਗੇ ਵਾਲੀ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਤੁਹਾਡੇ ਤੱਕ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਵੀ ਕਿਸ ਤਰੀਕੇ ਨਾਲ ਉਹ ਵੀ ਹੁਣ ਆਪਣੀ ਜਿਹੜੀ ਕਿਤਾਬ ਵਗੈਰਾ ਲਿਖ ਰਹੇ ਨੇ, ਜਾਂ ਕਿਸ ਤਰੀਕੇ ਨਾਲ ਉਹ ਹੁਣ ਉਹਨਾਂ ਦੇ ਅੱਗੇ ਗਾਣੇ ਵਗੈਰਾ ਸੌਂਗ ਵਗੈਰਾ ਆਉਣੇ ਨੇ, ਵੀ ਕਿਸ ਤਰੀਕੇ ਨਾਲ ਜਾ ਕੇ ਉਹ ਤਿਆਰੀ ਕਰ ਰਹੇ ਨੇ। ਉਸ ਤੋਂ ਪਹਿਲਾਂ ਮੇਰੇ ਇੱਕ ਦੋਸਤ ਨੇ ਮੈਨੂੰ ਮੈਸੇਜ ਭੇਜਿਆ, ਮੈਂ ਤੁਹਾਨੂੰ ਪਹਿਲਾਂ ਉਹ ਸ਼ੇਅਰ ਪੜ੍ਹ ਕੇ ਸੁਣਾ ਦੇਣਾ। ਮੇਰਾ ਦੋਸਤ ਗਗਨ ਹੈ ਜਿਸ ਨੇ ਮੈਨੂੰ ਇਹ ਲਿਖ ਕੇ ਭੇਜਿਆ, ਤਾਂ ਉਹਨੇ ਕਿਹਾ ਸੀ ਇਸ ਨੂੰ ਸਭ ਨਾਲ ਸਾਂਝਾ ਕਰੀ। ਪਹਿਲਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ। ਉਹਨੇ ਬਹੁਤ ਹੀ ਖੂਬਸੂਰਤ ਲਿਖ ਕੇ ਮੈਨੂੰ ਭੇਜਿਆ। ਹਾਲੇ ਬੁਰੇ ਨੇ ਹਾਲਾਤ ਪਰ ਬਦਲਣਗੇ ਜ਼ਰੂਰ, ਹਾਲੇ ਬੁਰੇ ਨੇ ਹਾਲਾਤ ਪਰ ਬਦਲਣਗੇ ਜ਼ਰੂਰ, ਹਾਲੇ ਥਿਰਕਦੇ ਨੇ ਪੈਰ ਪਰ ਸੰਭਲਣਗੇ ਜ਼ਰੂਰ, ਉਦੋਂ ਤੱਕ ਅਸੀਂ ਇੰਤਜ਼ਾਰ ਕਰਾਂਗੇ, ਬਸ ਦੇਖਦਾ ਰਹਿ ਤੂੰ, ਬਦਲੇਗੀ ਕਿਸਮਤ ਸਾਡੀ, ਅਸੀਂ ਮਿਲਾਂਗੇ ਜ਼ਰੂਰ। ਇਹ ਜੋ ਲਾਈਨਾਂ ਆਈਆਂ ਨੇ, ਗਗਨ ਨੇ ਮੇਰੇ ਦੋਸਤ ਨੇ ਲਿਖ ਕੇ ਭੇਜੀਆਂ ਸੀ ਕਿ ਇਸ ਨੂੰ ਜ਼ਰੂਰ ਸ਼ੇਅਰ ਕਰਨਾ, ਇਸ ਨੂੰ ਜਗ੍ਹਾ ਦੇਣਾ, ਤਾਂ ਇਸ ਨੂੰ ਜਗ੍ਹਾ ਦਿੱਤੀ ਹੈ। ਤੇ ਹੁਣ ਸਾਡੇ ਨਾਲ ਪਿੰਕੀ ਮੋਗੇ ਵਾਲੇ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਸਵਾਲ ਵੀ ਉਹਨਾਂ ਨੂੰ ਕਰਾਂਗੇ ਤੇ ਉਹਨਾਂ ਕੋਲ ਜਾਣਾਂਗੇ ਵੀ ਕਿਸ ਤਰੀਕੇ ਨਾਲ ਜਿਹੜਾ ਦਿਮਾਗ ਤੋਂ ਥੋੜਾ ਸਟ੍ਰੈਸ ਘੱਟ ਹੋ ਸਕਦਾ ਹੈ, ਵੀ ਕਿਸ ਤਰੀਕੇ ਨਾਲ ਹੁਣ ਅੱਗੇ ਜਾ ਕੇ ਜਿਹੜੀ ਜ਼ਿੰਦਗੀ ਹੈ ਨੋਰਮਲ ਹੋਣੀ ਚਾਹੀਦੀ ਹੈ। ਤੇ ਕੁਦਰਤ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿ ਕੁਦਰਤ ਨੇ ਆਪਣੇ ਜਿਹੜੇ ਰੰਗ ਦਿਖਾਉਣੇ ਸ਼ੁਰੂ ਕੀਤੇ ਨੇ, ਪੰਛੀ ਹੁਣ ਬਾਹਰ ਹੈਗੇ ਨੇ, ਤਾਂ ਸ਼ਾਇਦ ਕਿਤੇ ਨਾ ਕਿਤੇ ਲੋਕ ਵੀ ਇਹ ਸੋਚਦੇ ਹੋਣਗੇ ਕਿ ਕਿੱਥੇ ਗਏ ਉਹ ਸਾਡੇ ਦਿਨ ਜਿਹੜੇ ਅਸੀਂ ਬਾਹਰ ਜਾ ਕੇ ਰਹਿੰਦੇ ਸੀ, ਪਰ ਜਿਹੜੇ ਪੰਛੀ ਨੇ ਉਹਨਾਂ ਨੇ ਆਪਣੀ ਜਗ੍ਹਾ ਬਣਾਈ ਹੈ। ਤੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਪਿੰਕੀ ਮੋਗੇ ਵਾਲੀ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਪਿੰਕੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਸਾਰੇ ਜਾਣੇ ਤੇ ਚੈਨਲ ਦੀ ਜਿੰਨੀ ਵੀ ਟੀਮ ਨੂੰ, ਤੇ ਅਸਲਾਮ ਵਾਲੇਕੁਮ, ਰਾਮ ਰਾਮ ਜੀ, ਤੇ ਜਿੰਨੇ ਵੀ ਜਾਣੇ ਮੇਰੇ ਨਾਲ ਜੁੜੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਸ ਕੁਆਰੰਟਾਈਨ ਦੇ ਟਾਈਮ ਵਿੱਚ ਤੇ ਸ਼ੁਰੂਆਤ ਤੋਂ ਪਹਿਲਾਂ ਇੱਕ ਗੱਲ ਜੀ ਦਾ ਸ਼ੇਅਰ ਹੋ ਜਾਏ। कहता जरा इत्मीनान तो रख गालिब, कहता जरा इत्मीनान तो रख गालिब, अगर खुशी ना ठहरी तो गम की क्या औकात है। जो चंगा वक्त नहीं ठहरदा ਤਾਂ ਆ ਜਿਹੜਾ ਮਾੜਾ ਵਕਤ ਹੈ ਇਹ ਵੀ ਨਹੀਂ ਆਪਣੇ 'ਚ ਠਹਿਰਨਾ। तो मैं ਸਾਰੇ ਆਪਣੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਤੇ ਜੀ ਆਇਆਂ ਆਖਦੀ। ਹਾਂਜੀ, ਜਿਸ ਤਰੀਕੇ ਤੁਸੀਂ ਆਪਣੀ ਸ਼ੁਰੂਆਤ ਹੀ ਜਿਹੜੀ ਹੈ ਉਹ ਸ਼ੇਰੋ ਸ਼ਾਇਰੀ ਨਾਲ ਕੀਤੀ ਹੈ, ਤੇ ਸਵਾਲ ਵੀ ਮੇਰਾ ਇਹੀ ਹੈ ਕਿ ਹੁਣ ਤੁਸੀਂ ਕੀ ਕਰ ਰਹੇ ਹੋ ਇਸ ਸਮੇਂ, ਔਰ ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਕੁਆਰੰਟਾਈਨ ਕੀਤਾ ਹੋਇਆ, ਜਾਂ ਤੁਸੀਂ ਵੀ ਹਾਲਾਤ ਬਾਹਰ ਦੇਖੇ ਨੇ। ਤਾਂ ਹੁਣ ਤੁਸੀਂ ਮਿਲ ਤਾਂ ਨਹੀਂ ਦੇਣਾ ਕਿਸੇ ਨੇ, ਕਿਉਂਕਿ ਤੁਹਾਡੇ ਵੀ ਬਹੁਤ ਦਰਸ਼ਕ ਹੈਗੇ ਨੇ ਜੋ ਤੁਹਾਨੂੰ ਮਿਲਣ ਵਾਸਤੇ ਕਹਿੰਦੇ ਨੇ, ਤੁਹਾਨੂੰ ਕਾਲਸ ਵਗੈਰਾ ਵੀ ਆਉਂਦੀਆਂ ਹੋਣਗੀਆਂ। ਹਾਂਜੀ, ਹਾਂਜੀ, ਬਿਲਕੁਲ ਵੀ ਜੀ। ਗੱਲ ਇਹ ਹੈ ਕਿ ਜਿਹੜਾ ਹੁਣ ਦਾ ਟਾਈਮ ਹੈ ਇਹ ਆਪਾਂ ਨੂੰ ਬੜਾ ਪੇਸ਼ੈਂਸ ਤੇ ਸੰਯਮ ਨਾਲ ਚੱਲਣ ਵਾਲਾ ਟਾਈਮ ਹੈ। ਕਹਿੰਦਾ ਜੋ ਹਾਲਾਤਾਂ ਦੀ ਪਕੜ ਮਜ਼ਬੂਤ ਰੱਖਦਾ ਸਹੀ ਇਨਸਾਨ ਉਹ ਹੁੰਦਾ ਹੈ। ਹਾਲਾਤਾਂ ਦੀ ਪਕੜ ਮਜ਼ਬੂਤ ਆਪਾਂ ਇਸ ਵਾਰੀ ਇਹੋ ਜਿਹੀ ਜੰਗ ਆਪਾਂ ਘਰੇ ਬੈਠ ਕੇ ਲੜਨੀ ਹੈ। ਇਹ ਇਤਿਹਾਸ ਦੇ ਗੋਲਡਨ ਪੰਨਿਆਂ ਤੇ ਨਾਮ ਆ ਜਾਣਾ। ਆਪਾਂ ਆਉਣ ਵਾਲੀ ਪੀੜ੍ਹੀ ਨੂੰ ਇਹ ਕਹਾਂਗੇ ਕਿ ਅਸੀਂ ਕੁਛ ਨਾ ਕਰਕੇ ਜੰਗ ਜਿੱਤੀ ਸੀ, ਘਰੇ ਰਹਿ ਕੇ ਜੰਗ ਜਿੱਤੀ ਸੀ। ਤੇ ਘਰ ਦੇ ਵਿੱਚ ਰਹਿਣਾ, ਕੁਆਰੰਟਾਈਨ ਹੋਣਾ ਥੋੜਾ ਜਿਹਾ ਬੰਦੇ ਨੂੰ, ਕਈ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਿਲ ਤਾਂ ਲੱਗਦਾ ਜਿਹੜੇ ਕਦੀ ਵੀ ਘਰੇ ਨਾ ਰਹੇ ਹੋਣ, ਸਿਰਫ ਇਹ ਖਾਣਾ ਖਾਣ ਆਉਂਦੇ ਤੇ ਸੌਣ ਆਉਂਦੇ ਆ। ਪਰ ਅਸੀਂ ਲੋਕ ਤਾਂ ਬੀਇੰਗ ਐਜ਼ ਐਨ ਆਰਟਿਸਟ ਅਸੀਂ 50% ਆਪਣਾ ਘਰ ਹੀ ਰਹਿਣਾ ਪਸੰਦ ਕਰਦੇ ਹਾਂ ਤੇ 50% ਅਸੀਂ ਬਾਹਰ ਜਦੋਂ ਸਾਡੀ ਕੋਈ
ਸ਼ੂਟਿੰਗਸ ਹੁੰਦੀਆਂ ਜਾਂ ਸਾਡੇ ਕੋਈ ਵੀ ਰੁਝੇਵੇਂ ਹੁੰਦੇ, ਇਵੈਂਟਸ ਹੁੰਦੇ, ਅਸੀਂ ਉਦੋਂ ਬਾਹਰ ਜਾਂਦੇ ਆ। ਤੇ ਇਸ ਕੁਆਰੰਟਾਈਨ ਦੇ ਟਾਈਮ ਦੇ ਵਿੱਚ ਜਦੋਂ ਲੋਕਡਾਊਨ ਦਾ ਟਾਈਮ ਹੈ, ਮੋਸਟਲੀ 1 ਮਹੀਨਾ ਤਾਂ ਤੁਹਾਨੂੰ ਪਤਾ ਹੋਣ ਹੀ ਵਾਲਾ ਹੈ, ਜੇ ਆਪਾਂ ਮਾਰਚ ਦੀ ਗੱਲ ਕੀਤੀ ਜਾਵੇ 23 ਮਾਰਚ ਤੋਂ ਸਟਾਰਟ ਸੀਗਾ। ਤੇ ਇਹਦੇ ਦੌਰਾਨ ਮੈਂ ਜਿਵੇਂ ਲਿਖਤਾਂ ਤਾਂ ਮੇਰੀਆਂ ਚੱਲਦੀਆਂ, ਜਿਹੜੇ ਮੇਰੇ ਦਰਸ਼ਕ ਮੈਨੂੰ ਦੇਖਣਾ ਚਾਹੁੰਦੇ ਆ, ਸੁਣਨਾ ਚਾਹੁੰਦੇ ਆ, ਉਹਨਾਂ ਲਈ ਮੈਂ ਆਪਣੀ ਪਿੰਕੀ ਸੰਧੂ ਐਸ ਪਿੰਕੀ ਮੋਗੇ ਲਈ YouTube ਚੈਨਲ ਤੇ ਕੁਛ ਨਾ ਕੁਛ ਲੇਟੈਸਟ ਵੀਡੀਓਜ਼ ਕਰਦੀ ਰਹਿੰਦੀ ਹੈ। ਤੇ ਇੱਕ ਮਜ਼ੇਦਾਰ ਗੱਲ ਹੋਰ ਹੈ ਵਿਜੇ ਜੀ, ਜਿਵੇਂ ਕੁਕਿੰਗ ਤਾਂ ਮੈਂ ਪਹਿਲਾਂ ਕਰਦੀ ਸੀ ਪਰ ਇੰਨਾ ਨਹੀਂ ਕਰਦੀ ਸੀ, ਇਹ ਕੁਆਰੰਟਾਈਨ ਦੇ ਟਾਈਮ 'ਚ ਇਕੱਲੇ ਹੋਣ ਕਰਕੇ ਹੁਣ ਕੁਕਿੰਗ ਨੂੰ ਵੀ ਬੜੇ ਸਵਾਦ ਨਾਲ, ਖਾਣਾ ਤਾਂ ਚੰਗਾ ਲੱਗਦਾ ਹੀ ਲੱਗਦਾ, ਪਰ ਬੜੇ ਸਵਾਦ ਨਾਲ ਮੈਂ ਕੁਕਿੰਗ ਦੀਆਂ ਵੀਡੀਓਜ਼ ਵੀ ਪਿੰਕੀ ਦੀ ਰਸੋਈ ਕਰਕੇ ਪਾਉਣ ਲੱਗੀ ਆ, ਤਾਂ ਜੋ ਆਪਣਾ ਮਨ ਜਾ ਬਹਿਲਦਾ ਰਹੇ, ਇਹ ਮਨ ਕਿਤੇ ਨਾ ਕਿਤੇ ਲੱਗਦਾ ਰਹੇ। ਮਨ ਨੂੰ ਲਾਉਣ ਲਈ ਤੁਹਾਡੇ ਕੋਲ ਬਹੁਤ ਸਾਰੇ ਆਪਸ਼ਨਸ ਹੁੰਦੇ ਨੇ, ਪਰ ਉਹਦੇ ਲਈ ਪੇਸ਼ੈਂਸ ਰੱਖਣਾ ਬਹੁਤ ਜ਼ਰੂਰੀ ਹੈ। ਆਪਾਂ ਸ਼ੁਰੂਆਤ ਵੀ ਖਾਣੇ ਤੋਂ ਹੀ ਕਰਾਂਗੇ, ਤੁਸੀਂ ਖਾਣੇ ਦਾ ਜ਼ਿਕਰ ਕੀਤਾ ਹੈ ਤੇ ਮੈਂ ਖਾਣੇ ਦੀ ਸ਼ੁਰੂਆਤ ਕਰਾਂਗਾ। ਜਿਵੇਂ ਇੱਕ ਉਦਾਹਰਨਾਂ ਦਿੱਤੀ ਜਾਂਦੀਆਂ ਸੀ, ਹੁਣ ਤਾਂ ਚਲੋ ਜਿਸ ਤਰੀਕੇ ਨਾਲ ਕਰੋਨਾ ਵਾਇਰਸ ਚੱਲਿਆ, ਸਭ ਆਪਾਂ ਆਪਣੇ ਆਪਣੇ ਘਰੇ ਆ। ਇੱਕ ਉਦਾਹਰਨ ਦਿੱਤੀ ਜਾਂਦੀ ਸੀ, ਕਹਿੰਦੇ ਕਿ ਜੇ ਯੰਗ ਫੂਡ ਨਹੀਂ ਮਿਲੇਗਾ, ਰੈਸਟੋਰੈਂਟ ਜੇ ਨਾ ਖੁੱਲਣਗੇ ਤਾਂ ਜ਼ਿੰਦਗੀ ਰੁਕ ਜਾਏਗੀ। ਪਰ ਸ਼ਾਇਦ ਇਹ ਵੀ ਲੱਗਦਾ ਹੈ ਸਾਨੂੰ, ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਸੀ ਗੱਲਾਂ ਕਰਕੇ ਕਿ ਜੇ ਰੈਸਟੋਰੈਂਟ ਜਾਂ ਸਾਨੂੰ ਯੰਗ ਫੂਡ ਨਹੀਂ ਮਿਲੇਗਾ ਤਾਂ ਅਸੀਂ ਕਿਤੇ ਨਾ ਕਿਤੇ ਜਾ ਕੇ ਜ਼ਿੰਦਗੀ ਜਿਹੜੀ ਰੁਕ ਜਾਏਗੀ। ਤੁਹਾਨੂੰ ਲੱਗਦਾ ਵੀ ਹੁਣ ਕਿਤੇ ਨਾ ਕਿਤੇ ਦੁਨੀਆ ਨੇ ਵੀ ਰੰਗ ਦੇਖ ਲਿਆ? ਬਿਲਕੁਲ ਜੀ ਬਿਲਕੁਲ, ਇਹ ਨਾ ਬੰਦਾ ਇੱਕ ਸੋਚ ਦਾ ਮਾਲਕ ਹੁੰਦਾ ਹੈ, ਆਪਣੀ ਆਪ ਦੀ ਸੋਚ ਦਾ ਮਾਲਕ ਹੁੰਦਾ ਹੈ। ਉਹ ਸਿਰਫ 10% ਬੰਦੇ ਹੁੰਦੇ ਆ ਜਿਹੜੀ ਆਪਦੀ ਸੋਚ ਦੇ ਮਾਲਕ ਹੁੰਦੇ, 90% ਦੁਨੀਆ ਐਸੀ ਹੈ ਜਿਹੜੀ ਦੂਜਿਆਂ ਦੇ ਸੋਚ ਤੇ ਡਿਪੈਂਡੈਂਟ ਹੁੰਦੀ ਹੈ। ਕਿਉਂਕਿ ਸਭ ਤਰ੍ਹਾਂ ਦੇ ਬਿਜ਼ਨਸ ਸੀ ਜੀ, ਚਲੋ ਠੀਕ ਹੈ, ਰੋਜ਼ਮਰਾ ਦੀ ਜ਼ਿੰਦਗੀ 'ਚ ਕੰਮ ਕਰਨੇ ਵੀ ਬਹੁਤ ਜ਼ਰੂਰੀ ਹੈ, ਪੈਸਾ ਵੀ ਆਉਣਾ ਜ਼ਰੂਰੀ ਹੈ, ਕਿਉਂਕਿ ਰੋਜ਼ਮਰਾ ਦੇ ਖਰਚੇ ਮਤਲਬ ਆਪਾਂ ਚਲਾਉਣੇ ਹੁੰਦੇ ਆ। ਪਰ ਇਹ ਗੱਲ ਨਾ ਮੈਂ ਬਿਲਕੁਲ ਸਹਿਮਤ ਨਹੀਂ ਜੀ ਕਿ ਜੇ ਆਪਾਂ ਜੰਕ ਫੂਡ ਨਾ ਮਿਲੇ ਆਪਾਂ ਜਾ ਨਹੀਂ ਸਕਦੇ, ਜੇ ਰੈਸਟੋਰੈਂਟਸ ਨਾ ਹੋਣ। ਜੇ ਆਪਾਂ ਪੁਰਾਣੇ ਪਿਛੋਕੜ ਦੀ ਗੱਲ ਕੀਤੀ ਜਾਵੇ, ਆਮ ਨੋਟ ਟਾਕਿੰਗ ਅਬਾਊਟ ਪੰਜਾਬ, ਸਾਰੀ ਦੁਨੀਆ ਦੀ ਗੱਲ ਕੀਤੀ ਜਾਵੇ, ਤਾਂ ਲੋਕ ਨਾ ਕੁਦਰਤ ਨਾਲ ਜ਼ਿਆਦਾ ਵਿਚਰਦੇ ਸੀ, ਕੁਦਰਤੀ ਚੀਜ਼ਾਂ ਜ਼ਿਆਦਾ ਖਾਂਦੇ ਸੀ, ਜਿਹਨੂੰ ਫਰੈਸ਼ ਫਰੂਟਸ ਕਹਿ ਦਿੰਦੇ ਆ ਤੇ ਫਰੈਸ਼ ਵੈਜੀਟੇਬਲਸ ਕਹਿ ਦਿੰਦੇ ਆ। ਹੁਣ ਤੁਸੀਂ ਪੁਰਾਣੇ ਪਿੰਡਾਂ 'ਚ ਚਲੇ ਜਾਓ, ਮੂਲੀਆਂ ਹੁੰਦੀਆਂ ਸੀ, ਉਹਨੇ ਮੂਲੀ ਪੱਟਣੀ, ਧੋ ਕੇ ਮੂੰਹ ਨਾਲ ਹੀ ਛਿੱਲੀ ਜਾਂਦੀ ਸੀ। ਤੇ ਜਿਹੜੇ ਸ਼ਲਗਮ, ਜਿਹਨੂੰ ਗੋਂਗਲੂ ਕਹਿੰਦੇ ਆ ਕਈ, ਉਹ ਸ਼ਲਗਮ ਵੀ ਇਹ ਪੱਟ ਕੇ ਤੇ ਮੂੰਹ ਨਾਲ ਹੀ ਬਸ ਛਿੱਲ ਕੇ ਤੇ ਖਾ ਲੈਂਦੇ ਸੀਗੇ, ਉਹੀ ਖਲਾਂ ਦੇ ਪਾਣੀਆਂ 'ਚ ਧੋ ਕੇ। ਮਤਲਬ ਜਿੰਨਾ ਤੁਸੀਂ ਨੇਚਰ ਨਾਲ ਰਹਿੰਦੇ ਸੀ ਉਹਨਾਂ ਬਹੁਤ ਵਧੀਆ ਸੀ। ਤੇ ਹੁਣ ਮੋਸਟਲੀ 1 ਮਹੀਨਾ ਹੋ ਗਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਚੰਗਾ ਸਮਝਦੀ ਹਾਂ ਕਿ 1% ਵੀ ਚੀਜ਼, ਮੈਂ 1% ਚੀਜ਼ ਵੀ ਮੈਂ ਬਾਹਰਲੀ ਨਹੀਂ ਖਾਂਦੀ, ਸਾਰਾ ਕੁਝ ਘਰੇ ਹੈ। ਕਹਿੰਦੇ ਪੁਰਾਣੇ ਮਤਲਬ ਬਜ਼ੁਰਗ ਤੇ ਇਹ ਵੀ ਕਹਿੰਦੇ ਸੀ ਘਰ ਦੀ ਸੁਆਹ ਵੀ ਚੰਗੀ, ਆਪਾਂ ਨੂੰ ਪਤਾ ਕਿ ਸੁਆਹ ਕਿਸ ਚੀਜ਼ ਦੀ ਬਣਨੀ ਹੈ। ਇਸ ਕਰਕੇ ਦੋਸਤੋ ਕੋਸ਼ਿਸ਼ ਕਰੋ ਕਿ ਹੁਣ ਤਾਂ ਆਪਣੀ ਹੈਬਿਟ, ਕਿਉਂਕਿ ਕਿਸੇ ਵੀ ਬੰਦੇ ਨੂੰ ਇੱਕ ਆਪਣੀ ਹੈਬਿਟ ਬਦਲਣ ਲਈ 21 ਦਿਨ ਲੱਗਦੇ ਹੁੰਦੇ ਆ, ਹਨਾ। ਤੇ ਆਪਣੇ 21 ਦਿਨਾਂ 'ਚ ਜ਼ੁਬਾਨ ਦਾ ਸਵਾਦ ਬਦਲ ਗਿਆ, ਘਰ ਦਾ ਖਾਣਾ ਮੈਂ ਖਾਣਾ ਸਿੱਖ ਲਿਆ। ਤੇ ਜਿਵੇਂ ਪਿੰਕੀ ਦੀ ਰਸੋਈ 'ਚ ਹੁਣ ਮੈਂ ਨਵੀਆਂ ਚੀਜ਼ਾਂ ਕਰਦੀ ਰਹਿੰਦੀ ਹਾਂ। ਤੇ ਹੁਣ ਹੈਲਦੀ ਡਾਈਟ ਦੀ ਗੱਲ ਕੀਤੀ ਜਾਵੇ ਕਿ ਕਈ ਚੀਜ਼ਾਂ ਇਸ ਲੋਕਡਾਊਨ ਦੇ ਟਾਈਮ 'ਚ ਸਾਰੀਆਂ ਚੀਜ਼ਾਂ ਨਹੀਂ ਪ੍ਰੋਪਰ, ਵੈਸੇ ਐਡਮਿਨਿਸਟ੍ਰੇਸ਼ਨ ਤਾਂ ਕੋਸ਼ਿਸ਼ ਕਰ ਰਹੀ ਹੈ, ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਹੀਂ ਮਿਲ ਪਾ ਰਹੀਆਂ। ਤੇ ਉਹਦੇ ਨਾਲ ਦੋਸਤੋ ਜਿਵੇਂ ਖੀਰੇ ਤਰ੍ਹਾਂ ਆਮ ਆ ਰਹੀਆਂ, ਉਹਨੂੰ ਤੁਸੀਂ ਸੈਲਡ ਦੇ ਤੌਰ ਤੇ ਯੂਜ਼ ਕਰ ਲਓ। ਜਿਵੇਂ ਗਰਮੀ ਆ ਗਈ, ਗੂੰਦ ਕਤੀਰਾ ਜੇ ਭਿਓ ਕੇ ਉਹਦੀ ਇੱਕ ਜਿਵੇਂ ਦੁੱਧ 'ਚ ਪਾ ਲਓ, ਜਾਂ ਰੂਹ ਅਫਜ਼ਾ ਆ ਗਿਆ, ਉਹ ਛੋਟੀਆਂ ਚੀਜ਼ਾਂ ਤੁਸੀਂ ਘਰੇ ਆਪਣੀ ਬਣਾ ਸਕਦੇ ਹੋ। ਤੇ ਮੈਂ ਜਿਵੇਂ ਮੇਰਾ ਪੋਹਾ ਬੜਾ ਫੇਵਰੇਟ ਹੈ, ਉਹ ਬੜਾ ਹਲਕਾ ਹੁੰਦਾ। ਜਿਵੇਂ ਰਾਤ ਦੇ ਟਾਈਮ ਹੁਣ ਮੈਂ ਮੋਸਟਲੀ ਇਕੱਲੀ ਹੀ ਹੈਗੀ, ਮੇਰੀ ਫੈਮਿਲੀ ਅਮਰੀਕਾ, ਤੇ ਮੈਂ ਰਾਤ ਨੂੰ ਪੋਹਾ ਡਿਨਰ ਟਾਈਮ ਖਾ ਲੈਂਦੀ ਹੁੰਦੀ ਹਾਂ, ਕਿਉਂਕਿ ਮੈਂ ਬ੍ਰੇਕਫਾਸਟ ਆਪਣਾ ਥੋੜਾ ਜਿਹਾ ਹੈਵੀ ਕਰ ਲੈਂਦੀ ਹਾਂ, ਜਾਂ ਕਈ ਵਾਰੀ ਬ੍ਰੇਕਫਾਸਟ ਤੇ ਲੰਚ ਇਕੱਠਾ ਕਰਕੇ ਬ੍ਰੰਚ ਕਰ ਲਈਦਾ। ਕੁਝ ਐਸੀਆਂ ਐਕਟੀਵਿਟੀਜ਼ ਆ, ਨਾਲੇ ਤੁਸੀਂ ਵੀ ਨਿਤ ਨਵੀਆਂ ਰੈਸਿਪੀਜ਼ ਦੋਸਤੋ ਬਣਾਓ। ਤੇ ਮੈਂ ਕਈ ਐਸੇ ਆਪਣੇ ਫੈਨਸ ਨੂੰ ਦੇਖਦੀ ਹਾਂ, ਮੈਨੂੰ ਲਿੰਕ ਭੇਜਦੇ ਆ ਮੇਰੇ ਆਪਣੇ FB ਪੇजेस ਤੇ, ਕਿ ਕੋਈ ਕੁਝ ਬਣਾ ਰਿਹਾ ਹੁੰਦਾ, ਕੋਈ ਕੁਝ ਕਰ ਰਿਹਾ ਹੁੰਦਾ। ਰਸੋਈ ਘਰ ਸਿਰਫ ਇੱਕ ਔਰਤਾਂ ਦਾ ਹੀ ਗਹਿਣਾ ਨਹੀਂ ਹੈਗਾ, ਇਹ ਅੱਜ ਕੱਲ ਮਰਦ ਵੀ ਸੰਭਾਲ ਸਕਦੇ ਨੇ। ਤੇ ਤੁਸੀਂ ਵੀ ਕੁਝ ਨਾ ਕੁਝ ਰੈਸਿਪੀਜ਼ ਕਰੋ ਤੇ ਉਹ ਨਾਲ ਦੀ ਨਾਲ ਮੈਨੂੰ ਵੀ ਭੇਜ ਸਕਦੇ ਹੋ, ਤੇ ਵਿਜੇ ਜੀ ਦੇ ਚੈਨਲ ਤੇ ਵੀ ਨਾਲ ਦੀ ਨਾਲ ਤੁਸੀਂ ਭੇਜ ਸਕਦੇ ਹੋ, ਤਾਂ ਜੋ ਤੁਸੀਂ ਕੁਝ ਨਾ ਕੁਝ ਕ੍ਰੀਏਟੀਵਿਟੀ, ਇਹ ਵਿਹਲੇ ਟਾਈਮ ਦੇ ਵਿੱਚ ਤੁਸੀਂ ਤੁਸੀਂ ਕੁਝ ਨਿਊ। ਤੁਸੀਂ ਕਿਚਨ ਦੀ ਗੱਲ ਕੀਤੀ ਹੈ, ਕਿਚਨ ਵਿੱਚ ਤੁਸੀਂ ਰੈਸਪੀਆਂ ਤਿਆਰ ਕਰ ਰਹੇ ਹੋ। ਇੱਕ ਹੋਰ ਬੜਾ ਸਵਾਲ ਹੈ, ਕਹਿੰਦੇ ਵੀ ਲੇਡੀਜ਼ ਜਿਹੜੇ ਹੈਗੇ ਉਹਨਾਂ ਦੇ ਖਰਚੇ ਬਹੁਤ ਹੁੰਦੇ ਨੇ, ਚਾਹੇ ਮੇਕਅਪ ਦੀ ਗੱਲ ਕਰ ਲਈਏ, ਚਾਹੇ ਹੋਰ ਕਿਸੇ ਦੀ। ਤੁਹਾਨੂੰ ਲੱਗਦਾ ਘਰ ਬੈਠ ਕੇ ਕਿਤੇ ਨਾ ਕਿਤੇ ਜਿਹੜੇ ਫਜ਼ੂਲ ਖਰਚੇ ਨੇ ਉਹ ਬੰਦ ਹੋ ਗਏ ਨੇ? ਤੁਹਾਡੀ ਨਹੀਂ ਗੱਲ ਕਰ ਰਿਹਾ, ਮੈਂ ਸਾਰਿਆਂ ਦੀ ਗੱਲ ਕਰ ਰਿਹਾ, ਵੀ ਤੁਹਾਨੂੰ ਲੱਗਦਾ? ਮੈਂ ਤੁਹਾਨੂੰ ਕਹਿੰਦੀ ਹਾਂ ਜੀ, ਇੱਕ ਸ਼ਾਇਰੀ ਹੈ, ਕਹਿੰਦਾ ਘਰ ਗੁਲਜ਼ਾਰ ਸੂਨੇ ਸ਼ਹਿਰ, ਕਹਿੰਦਾ घर गुलजार सूने शहर, बस्ती बस्ती में कैदर हस्ती हो गई, आज फिर जिंदगी महंगी और दौलत सस्ती हो गई, आज फिर जिंदगी महंगी और दौलत सस्ती हो गई। ਇਹ ਜੀ ਜ਼ਿੰਦਗੀ ਆਪਣੀ ਸ਼ੁਰੂ ਤੋਂ ਹੀ ਮਹਿੰਗੀ ਸੀ, ਸਿਰਫ ਆਪਣੇ ਲੋਕਾਂ ਨੇ ਉਹਨੂੰ ਕਿਉਂ ਜ਼ਿਆਦਾ ਸਸਤਾ ਬਣਾ ਰੱਖਿਆ ਸੀ, ਕਿਉਂਕਿ ਜ਼ਿੰਦਗੀ ਜਿਉਣ ਲਈ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੁੰਦੀ, ਤੁਹਾਨੂੰ ਰਹਿਣ ਲਈ ਛੱਤ ਤੇ ਖਾਣ ਲਈ ਖਾਣਾ ਚਾਹੀਦਾ ਹੁੰਦਾ। ਜ਼ਿੰਦਗੀ ਜਿਉਣ ਲਈ ਆਪਾਂ ਸ਼ੌਂਕ ਜਿਹੜੇ ਪਾਲ ਲੈਂਦੇ ਆ, ਜਿਹਨੂੰ ਆਪਾਂ ਸ਼ੋਅ ਆਫ ਕਹਿੰਦੇ ਆ, ਕਿ ਸਾਨੂੰ ਫਲਾਨੀ ਗੱਡੀ ਚਾਹੀਦੀ ਹੈ, ਜਾਂ ਆਪਾਂ ਨੂੰ ਫਲਾਨਾ ਘਰ ਚਾਹੀਦਾ, ਆਪਾਂ ਨੂੰ ਪੈਂਟ ਹਾਊਸ ਚਾਹੀਦਾ,
ਉਹ ਚੀਜ਼ਾਂ ਮਹਿੰਗੀਆਂ ਹੁੰਦੀਆਂ। ਜ਼ਿੰਦਗੀ ਜਿਉਣ ਲਈ ਤਾਂ ਹੁਣ ਤੁਸੀਂ ਜੇ ਸੀਰੀਅਸਲੀ ਮੈਨੂੰ ਪੁੱਛੋ ਤਾਂ ਮੈਨੂੰ ਹਿਮਾਲਿਆਸ ਤੇ ਟਿਬੇਟੀਅਨਸ ਬਹੁਤ ਅੱਛੇ ਲੱਗਦੇ ਨੇ, ਕਿਉਂਕਿ ਉਹ ਮਤਲਬ ਆਪਣੀ ਅਸਲੀ ਧੁੱਪ ਉਹਨਾਂ ਨੂੰ ਮਿਲਦੀ ਹੈ। ਜੇ ਹੁਣ ਅਸੀਂ ਫਲੈਟਸ ਰਹਿੰਦੇ ਹਾਂ, ਆਪਾਂ ਨੂੰ ਪ੍ਰੋਪਰ ਧੁੱਪ ਵੀ ਨਹੀਂ ਮਿਲ ਪਾਉਂਦੀ। ਉਹ ਸੋਹਣੀ ਸੋਹਣੀ ਸੱਜਰੀ ਹਵਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸਾਫ਼ ਸੁਥਰੀ ਹਵਾ ਨੂੰ ਮਤਲਬ ਉਹ ਲੈਂਦੇ ਨੇ। ਉਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਜ਼ਿੰਦਗੀ ਮਹਿੰਗੀ ਆਪਣੀ ਦੋਸਤੋ ਕਰਨੀ ਸਿੱਖੋ। ਦੌਲਤ ਹਮੇਸ਼ਾ ਹੀ ਸਸਤੀ ਹੈ, ਕਿਉਂਕਿ ਪੈਸਾ ਇਨਸਾਨ ਨੇ ਬਣਾਇਆ, ਠੀਕ ਹੈ। ਪੈਸਾ ਕਦੇ ਇਨਸਾਨ ਨੂੰ ਨਹੀਂ ਬਣਾ ਸਕਦਾ। ਅੱਜ ਬਹੁਤ ਵੱਡਾ ਤੁਹਾਨੂੰ ਉਦਾਹਰਣ ਮਿਲਿਆ ਜੀ, ਹੁਣ ਜੋ ਅੱਜ ਕੱਲ ਦੀ ਮਹਾਮਾਰੀ ਚੱਲ ਰਹੀ ਹੈ, ਜੋ ਪੈਸਾ ਬੰਦੇ ਨੂੰ ਨਹੀਂ ਬਚਾ ਪਾ ਰਹੀ, ਠੀਕ ਹੈ, ਬੰਦਾ ਆਪਣੇ ਆਪ ਨੂੰ ਬਚਾ ਰਿਹਾ। ਇਸ ਕਰਕੇ ਜਿਵੇਂ ਸਟੀਵ ਜੌਬਸ ਹੀ ਡਾਈਡ 58 ਜਾਂ 58 ਸਾਲ ਦੀ ਉਸ ਬੰਦੇ ਦੀ ਡੈਥ ਹੋ ਗਈ, ਤੇ ਉਹਦੇ ਤੁਸੀਂ ਬਾਇਓਗ੍ਰਾਫੀ ਪੜ੍ਹਿਓ, ਆਟੋਬਾਇਓਗ੍ਰਾਫੀ ਦੇ ਵਿੱਚ ਉਹਨੇ ਇਹੀ ਲਿਖਿਆ ਕਿ 5-6 ਚੀਜ਼ਾਂ ਜ਼ਰੂਰ ਆਪਣੇ ਨਾਲ ਕਰੋ। ਇੱਕ ਤਾਂ ਸਵੇਰੇ ਉੱਠ ਕੇ ਸਨਲਾਈਟ, ਇਹ ਧੁੱਪ ਲੈਣੀ ਬਹੁਤ ਜ਼ਰੂਰੀ ਹੈ। ਧੁੱਪ ਇਨਸਾਨ ਦੀਆਂ ਅੱਧੀਆਂ ਬਿਮਾਰੀਆਂ ਦਾ ਇਲਾਜ ਕਰ ਦਿੰਦੀ ਹੈ। ਕਿਸੇ ਨੂੰ ਵਿਟਾਮਿਨ ਡੀ ਅੱਜ ਕੱਲ ਅਕਸਰ ਲੋਕਾਂ 'ਚ ਦੇਖਿਆ ਗਿਆ ਕਮੀ ਪਾਈ ਜਾਂਦੀ, ਜਿਹਨੂੰ ਆਪਾਂ ਕਹਿੰਦੇ ਹੱਡੀਆਂ ਕਿਚ-ਕਿਚ ਕਰਦੀਆਂ, ਉਹ ਚੀਜ਼ ਦੂਰ ਹੁੰਦੀ ਹੈ। ਦੂਜੀ, ਇੱਕ ਤੁਹਾਡਾ ਡਾਈਟ ਹੋਣੀ ਬਹੁਤ ਜ਼ਰੂਰੀ ਹੈ। ਤੀਜੀ, ਤੁਸੀਂ 5 ਜਾਂ 10 ਮਿੰਟ, ਅੱਧਾ ਘੰਟਾ ਆਪਣੀ ਬੋਡੀ ਨੂੰ ਟਾਈਮ ਦਿਓ, ਐਕਸਰਸਾਈਜ਼ ਕਰੋ, ਮੈਡੀਟੇਸ਼ਨ ਕਰੋ, ਯੋਗਾ ਕਰੋ, ਚਾਹੇ ਸੈਰ ਕਰੋ, ਉਹ ਚੀਜ਼ ਹੋਣੀ ਚਾਹੀਦੀ ਹੈ। ਚੌਥਾ, ਤੁਸੀਂ ਆਪਣੀ ਸੈਲਫ ਕੌਨਫੀਡੈਂਸ, ਆਪਣੇ 'ਚ ਆਤਮ ਵਿਸ਼ਵਾਸ ਤੁਹਾਡੇ 'ਚ ਹੋਣਾ ਬਹੁਤ ਜ਼ਰੂਰੀ ਹੈਗਾ। ਪੰਜਵਾਂ, ਕਿ ਤੁਹਾਡੀ ਇਮੇਜਿਨੇਸ਼ਨ ਕੀ ਹੈਗੀ ਆ, ਤੁਸੀਂ ਕੀ ਗੋਲ ਸਿੱਧ ਕਰਨਾ ਹੈ। ਤੇ ਛੇਵਾਂ ਬਹੁਤ ਇੰਪੋਰਟੈਂਟ ਆਪਾਂ ਕਹਿ ਸਕਦੇ ਆ ਕਿ ਮਤਲਬ ਦਾ ਮੇਨ ਥਿੰਗ ਹੈ ਕਿ ਆਤਮ ਵਿਸ਼ਵਾਸ ਤੋਂ ਬਾਅਦ ਤੁਹਾਡੀਆਂ ਇਮੇਜਿਨੇਸ਼ਨਸ ਹੋ ਗਈਆਂ, ਗੋਲ ਹੋ ਗਏ। ਜ਼ਿੰਦਗੀ 'ਚ ਛੇਵਾਂ, ਆਪਣੇ ਆਪ ਨੂੰ ਟਾਈਮ ਦੇਣਾ ਬਹੁਤ ਇੰਪੋਰਟੈਂਟ ਹੈ। ਚਾਹੇ ਆਪਣੇ ਆਪ ਨੂੰ ਤੁਸੀਂ ਡੇਲੀ ਅੱਧਾ ਘੰਟਾ ਦਿਓ। ਇਕਾਂਤ, ਜੋ ਅੱਜ ਕੱਲ ਸਭ ਨੂੰ ਮਿਲਿਆ ਹੋਇਆ ਵਾ, ਇਕਾਂਤ 'ਚ ਤੁਸੀਂ ਨਾ ਆਪਣੀਆਂ ਕਮੀਆਂ, ਆਪਣੀ ਚੰਗੇਪਨ, ਆਪਣੇ ਬੁਰੇਪਨ ਸਭ ਨੂੰ ਮਹਿਸੂਸ ਕਰ ਲੈਂਦੇ ਹੋ। ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਆਪਾਂ ਕੀ ਪਾਇਆ ਤੇ ਕੀ। ਤੁਸੀਂ ਬਹੁਤ ਵਧੀਆ ਦੱਸਿਆ, ਐਗਜ਼ਾਮਪਲ ਵੀ ਦਿੱਤੀ ਹੈ। ਤੇ ਇੱਕ ਹੋਰ ਮੈਂ ਕੁਝ ਸਮੇਂ ਪਹਿਲਾਂ ਪੜ੍ਹ ਰਿਹਾ ਸੀ ਕਿ ਯੂਰਪ ਦੇ ਵਿੱਚ ਕਿਹਾ ਗਿਆ ਉੱਥੇ ਕਿ ਤੁਸੀਂ ਪੇੜ ਨੂੰ ਜਾ ਕੇ ਉਹਨਾਂ ਨੂੰ ਗੱਲ ਲਗਾਓ, ਜਾ ਕੇ ਦਰਖਤਾਂ ਨੂੰ ਗੱਲ ਲਗਾਓ, ਤੁਹਾਡਾ ਜਿਹੜਾ ਦਿਮਾਗ 'ਚ ਸਟ੍ਰੈਸ ਹੈ ਉਹ ਘਟ ਜਾਊਗਾ। ਕਿਉਂਕਿ ਕੁਦਰਤ ਵਾਲੇ ਪਾਸੇ ਜਾ ਰਹੇ ਨੇ, ਇਹ ਇਕੱਲੇ ਭਾਰਤ ਦੀ ਗੱਲ ਨਹੀਂ ਗੀ, ਬਾਕੀ ਦੁਨੀਆ 'ਚ ਵੀ ਅਲੱਗ-ਅਲੱਗ ਕੰਟਰੀਆਂ ਵਿੱਚ ਵੀ ਕਿਹਾ ਜਾ ਰਿਹਾ ਕਿ ਕੁਦਰਤ ਨੂੰ ਨਿਹਾਰੋ, ਕੁਦਰਤ ਨੂੰ ਦੇਖੋ। ਜਿਵੇਂ ਤੁਹਾਨੂੰ ਮੈਂ ਕਿਹਾ ਕਿ ਯੂਰਪ ਵਿੱਚ ਕਿਹਾ ਗਿਆ ਕਿ ਤੁਸੀਂ ਪੇੜ ਨੂੰ ਗਲੇ ਲਗਾਓ, ਦਰਖਤਾਂ ਨੂੰ ਜਾ ਕੇ ਗਲੇ ਮਿਲੋ, ਜਾ ਕੇ ਤੁਹਾਡਾ ਸਟ੍ਰੈਸ ਘਟ ਜਾਏਗਾ। ਪਰ ਸਾਨੂੰ ਦੂਸਰਾ ਜਿਹੜਾ ਪੱਖ ਹੈਗਾ, ਅਸੀਂ ਪੇੜ ਨੂੰ ਕੱਟ ਵੀ ਦਿੰਦੇ ਹਾਂ, ਦਰਖਤਾਂ ਨੂੰ ਕੱਟ ਵੀ ਦਿੰਦੇ ਹਾਂ। ਚਾਹੇ ਆਪਾਂ ਕਿਸੇ ਸੜਕ ਬਣਾਉਣੀ ਹੋਵੇ, ਚਾਹੇ ਹੁਣ ਆਪਾਂ ਕਾਗਜ਼ ਵੀ ਆਪ ਇਸਤੇਮਾਲ ਕਰਨੇ ਹੋ, ਵੀ ਦਰਖਤਾਂ ਤੋਂ ਬੰਦੇ ਨੇ, ਉਹ ਅਸੀਂ ਕੱਟ ਰਹੇ ਹਾਂ। ਇੱਕ ਪਾਸੇ ਤਾਂ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਪੇੜ ਨੂੰ ਗਲੇ ਲਗਾਓ, ਦੂਸਰੇ ਪਾਸੇ ਅਸੀਂ ਕੱਟ ਵੀ ਦਿੰਦੇ ਹਾਂ। ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਜਦ ਤੱਕ ਅਸੀਂ ਸਾਰੇ ਘਰ ਵਿੱਚ ਬੈਠੇ ਹਾਂ, ਅਸੀਂ ਕੁਦਰਤ ਦੀਆਂ ਗੱਲਾਂ ਕਰ ਰਹੇ ਹਾਂ, ਜਦੋਂ ਸਾਰਾ ਕੁਝ ਸਹੀ ਹੋ ਜਾਊਗਾ, ਫਿਰ ਦੁਬਾਰਾ ਲੀਹ ਤੇ ਆ ਜਾਏਗੀ ਜ਼ਿੰਦਗੀ ਜਾ ਕੇ, ਫਿਰ ਆਪਾਂ ਕੁਦਰਤ ਨੂੰ ਉਸੇ ਤਰੀਕੇ ਨਾਲ ਸਲੂਕ ਕਰਾਂਗੇ ਜਿਸ ਤਰੀਕੇ ਨਾਲ ਪਹਿਲਾਂ ਕਰਦੇ ਆਏ ਹਾਂ। ਅੱਜ ਤਾਂ ਆਪਾਂ ਸਾਰੀ ਕੁਦਰਤ ਦੀ ਲੋਕ ਗੱਲਾਂ ਕਰ ਰਹੇ ਹਾਂ ਇਸ ਸਮੇਂ। ਦੇਖੋ ਜੀ, ਕੁਦਰਤ ਇਨਸਾਨ ਹੈ, ਬਹੁਤ ਛੋਟਾ ਹੈ, ਕੁਦਰਤ ਬਹੁਤ ਵਿਸ਼ਾਲ ਹੈ। ਤੁਸੀਂ ਜੇ ਆਪਾਂ ਮਤਲਬ ਇਹਨੂੰ ਬਾਇਓਲੋਜੀਕਲ ਧਿਆਨ ਨਾਲ ਦੇਖੀ ਜਾਵੇ ਤੇ 70% ਤਾਂ ਪਾਣੀ ਹੈ ਤੇ 30% ਹੀ ਸਿਰਫ ਆਪਣੀ ਧਰਤੀ ਹੈ, ਉਹਦੇ ਵਿੱਚ ਕੁਝ ਪਰਸੈਂਟ ਹੀ ਆਪਾਂ ਇਨਸਾਨ ਰਹਿੰਦੇ ਆ। ਤੇ ਉਹ ਜੇ ਕੁਦਰਤ ਦੇ, ਅੱਜ ਮੈਂ ਸ਼ਾਇਰੀ ਵੀ ਲੱਭੀ ਸੀ, ਫਿਰ ਤੁਹਾਨੂੰ ਮੈਂ ਅੱਗੇ ਉਦਾਹਰਨ ਨਾਲ ਸਮਝਾਉਂਗੀ। ਕਹਿੰਦਾ, ਕੁਦਰਤ का कानून है, कहता कुदरत का कानून है यारो, अपना रंग दिखाएगा, जितना इसको रोंदोगे उतना कहर बरसाएगा। कहता कुदरत का कानून है, अपना रंग दिखाएगा, जिन्ना मतलब ਇਹਨੂੰ ਰੋਂਦਾਂਗੇ ਉਨਾ ਹੀ ਕਹਿਰ ਬਰਸਾਏਗਾ। इसलिए इसके रंग में रंगना सीख, इसलिए ਦੇ ਰੰਗ 'ਚ ਰੰਗਣਾ ਸਿੱਖੋ ਦੋਸਤੋ, ਨਹੀਂ ਤਾਂ ਇਹ ਆਪਣਾ ਰੰਗ ਬਤਲਾਏਗਾ। ਜਿਹੜੀ ਕੁਦਰਤ ਫਿਰ ਆਪਣਾ ਰੰਗ ਬਤਲਾਉਂਦੀ ਹੈ, ਦਿਖਾਉਂਦੀ ਹੈ, ਜਿਵੇਂ ਅੱਜ ਕੱਲ ਆਪਾਂ ਨੂੰ ਪਤਾ ਲੱਗ ਰਿਹਾ। ਕਹਿੰਦਾ ਜਦ ਇਨਸਾਨ ਨੇ ਵੀ ਕੁਦਰਤ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਦੇਖੋ, ਪਰ ਕੁਦਰਤ 'ਚ ਬਹੁਤ ਪੇਸ਼ੈਂਸ ਹੈ, ਉਹ ਤਬ ਤੱਕ ਨਹੀਂ ਕੁਝ ਕਰਦੀ। ਬਟ ਜੇ ਤੁਸੀਂ ਅਗਰ ਹਿਸਟਰੀ ਦੇ ਵਿੱਚ ਜਾਣਦੇ ਹੋ ਤਾਂ 1720 ਤੋਂ ਲੈ ਕੇ ਜਦੋਂ ਪਲੇਗ ਫੈਲਿਆ, ਫਿਰ 1820 'ਚ ਪ੍ਰੋਬਲਮ ਆਈ, ਫਿਰ 1918 'ਚ ਸਪੈਨਿਸ਼ ਫਲੂ ਆਇਆ, 2 ਸਾਲਾਂ ਤੱਕ ਰਿਹਾ, ਹੁਣ 100 ਸਾਲ ਬਾਅਦ ਇੱਕ ਕਹਿਰ ਬਰਸ ਰਿਹਾ, ਕਿਉਂਕਿ ਕਿਤੇ ਨਾ ਕਿਤੇ ਤਾਂ ਇਨਸਾਨ ਵੀ ਦੋਸ਼ੀ ਪਾਇਆ ਗਿਆ ਹੈਗਾ। ਜਦ ਆਪਾਂ ਕੁਦਰਤ ਦੇ ਵਿੱਚ ਵਿਚਰਦੇ ਆ, ਤੇ ਤੁਹਾਨੂੰ ਪਤਾ ਹੈ ਕਿ ਵਿਜੇ ਜੀ, ਮੈਂ ਮੈਡੀਟੇਸ਼ਨ ਕਰਨਾ ਬਹੁਤ ਪਸੰਦ ਕਰਦੀ ਹਾਂ। ਤੇ ਮੈਨੂੰ ਇਹ ਹੁੰਦਾ ਕਿ ਮਤਲਬ ਹੁਣ ਜਿਵੇਂ ਆਈ ਐਮ ਸਟੇਇੰਗ ਐਟ ਚੰਡੀਗੜ੍ਹ, ਤੇ ਬਹੁਤ ਐਸੇ ਇੱਥੇ ਗਾਰਡਨਸ ਹੈਗੇ ਆ, ਜਿਵੇਂ ਸਾਇਲੈਂਸ ਪਾਰਕ ਹੈ, ਜਾਂ ਕੋਈ ਐਸੇ ਪਾਰਕ ਹੈਗੇ ਜਿੱਥੇ ਤੁਸੀਂ ਇਕੱਲੇ ਸ਼ਾਂਤ ਬੈਠ ਕੇ ਨਾ, ਜਦੋਂ ਅੱਖਾਂ ਬੰਦ ਕਰਕੇ ਉਹ ਕੁਦਰਤ ਦੀ ਮਤਲਬ ਬੁੱਕਲ ਦੇ ਵਿੱਚ ਬਹਿਨੇ, ਜਿਹੜੀਆਂ ਉਹ
ਪੇੜ ਹੈ, ਦਰਖਤਾਂ ਦੀਆਂ ਛਾਵਾਂ 'ਚ ਤੁਸੀਂ ਬਹਿੰਦੇ ਹੋ, ਤੁਹਾਨੂੰ ਬਹੁਤ ਚੰਗਾ ਲੱਗਦਾ ਹੈ। ਕਿਉਂ ਕੀ ਚੰਗਾ ਲੱਗਦਾ? ਉਹ ਆਪਾਂ ਨੂੰ ਐਂ ਹੀ ਹੈ, ਉਹ ਆਪਣੇ ਮੂੰਹੋਂ ਨਹੀਂ ਬੋਲਦੀ, ਉਹਦੇ ਜਦੋਂ ਹਵਾ ਪੱਤੇ ਉਹਦੇ ਹਿਲਦੇ ਆ ਹਵਾ ਨਾਲ, ਤਾਂ ਆਪਾਂ ਨੂੰ ਐਂ ਲੱਗਦਾ ਆਪਣੇ ਨਾਲ ਗੱਲਾਂ ਬਾਤਾਂ ਕਰਦੀ ਹੈ। ਜਦੋਂ ਇਹ ਫੁੱਲ ਕਿੰਨੇ ਸੋਹਣੇ ਲੱਗਦੇ ਆ, ਮਤਲਬ ਮੈਂ ਪਿੰਕੀ ਤੁਹਾਨੂੰ ਟੋਕਣਾ ਚਾਹੂੰਗਾ, ਇੱਕ ਮੇਰਾ ਸਵਾਲ ਹੈ, ਇੱਕ ਹੋਰ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਆਪਾਂ ਕਹਿੰਦੇ ਸੀ ਕਿ ਪ੍ਰਦੂਸ਼ਣ ਵਾਸਤੇ ਸਰਕਾਰ ਵੀ ਪੈਸਾ ਦਿੰਦੀ ਹੈ, ਆਪਾਂ ਸਾਰੇ ਮਿਹਨਤ ਕਰਦੇ ਹਾਂ ਕਿ ਪ੍ਰਦੂਸ਼ਣ ਜਿਹੜਾ ਉਹ ਉੱਥੇ ਖਤਮ ਹੋ ਜਾਵੇ, ਪਰ ਦੂਸਰਾ ਇਹਦਾ ਪਹਿਲੂ ਇਹ ਵੀ ਹੈ ਕਿ ਆਪਾਂ ਉਹਨਾਂ ਪ੍ਰਦੂਸ਼ਣ ਨੂੰ ਲੈ ਕੇ ਉੱਥੇ ਚਾਹੇ ਮੋਟਰ ਵਹੀਕਲ ਦੀ ਗੱਡੀ ਗੱਲ ਕਰ ਲਈਏ, ਚਾਹੇ ਆਪਾਂ ਫੈਕਟਰੀਆਂ ਦੀ ਗੱਲ ਕਰ ਲਈਏ, ਉਹਨਾਂ ਪੋਲੂਸ਼ਨ ਹੋ ਵੀ ਰਿਹਾ। ਮੇਰਾ ਇੱਕ ਸੌਖਾ ਤੇ ਸਰਲ ਸਵਾਲ ਇਹੀ ਹੈ, ਧਰਤੀ ਨੂੰ ਅਸੀਂ ਬਚਾ ਰਹੇ ਹਾਂ ਕਿ ਧਰਤੀ ਸਾਨੂੰ ਬਚਾ ਰਹੀ ਹੈ? ਦੇਖੋ ਜੀ, ਹੁਣ ਤਾਂ ਜੇ ਕਿਹਾ ਜਾਵੇ ਤਾਂ ਧਰਤੀ ਆਪਾਂ ਨੂੰ ਬਚਾ ਰਹੀ ਹੈ। ਉਹ ਰੀਜ਼ਨ ਬੀਇੰਗ ਕਿਉਂ ਆ? ਕਿਉਂਕਿ ਜਦ ਮਤਲਬ ਇਨਸਾਨ ਇਸ ਗੱਲ ਨੂੰ ਤਾਂ ਸਹਿਮਤੀ ਰੱਖਦਾ ਕਿ ਰੱਬ ਕਿਤੇ ਨਾ ਕਿਤੇ ਤਾਂ ਹੈਗਾ, ਕਿ ਇੱਕ ਡਰ ਹੈ ਉਸ ਦੁਨੀਆ ਤੇ ਜੋ ਕੰਟਰੋਲ ਕਰ ਰਿਹਾ। ਕਹਿੰਦਾ ਇਹਦੇ ਲਈ ਸ਼ਾਇਰੀ ਵੀ ਮੈਂ ਬੜੀ ਸੋਹਣੀ ਅੱਜ ਕੁਝ ਟੌਪਿਕਸ ਤੇ ਸਪੈਸ਼ਲੀ ਲਿਖੀ ਸੀਗੀ। ਕਹਿੰਦਾ उस रब से बेहतर और कोई नहीं, कहता उस रब से बेहतर और कोई नहीं, वो गलती की सजा के लिए मुश्किल में डालता भी है। कहता रब तो वधिया कोई नहीं, गलती की सजा ले मुश्किल च पाउंदा भी है बंदे ने, और फिर ही खुद उससे भी निकालेगा, और फिर ही ਉਹਦੇ ਚੋਂ ਆਪਾਂ ਨੂੰ ਕੱਢਦਾ। ਉਹੀ ਗੱਲ ਹੈ ਜੀ, ਜਿਹੜਾ ਪ੍ਰਦੂਸ਼ਣ ਹੈ ਉਹ ਇਨਸਾਨ ਨੇ ਬਣਾਇਆ ਹੋਇਆ ਹੈ, ਕੁਦਰਤ ਤਾਂ ਪ੍ਰਦੂਸ਼ਿਤ ਰਹਿਤ ਹੈ। ਜਿਵੇਂ ਹੁਣ ਜਦੋਂ ਹੁਣ ਤੁਸੀਂ ਦੇਖ ਲਓ ਮੋਟਰ ਵਹੀਕਲ ਚੱਲਦੇ ਆ, ਗੱਡੀਆਂ ਚੱਲਦੀਆਂ ਹੈਗੀਆਂ, ਜਾਂ ਚਿਮਨੀਜ਼ ਚੱਲਦੀਆਂ, ਵੱਡੀਆਂ ਵੱਡੀਆਂ ਫੈਕਟਰੀਜ਼ ਚੱਲਦੀਆਂ, ਜਾਂ ਬਹੁਤ ਸਾਰੇ ਗੈਸ ਪਲਾਂਟਸ ਚੱਲਦੇ ਆ, ਉਹ ਕਿੰਨੀ ਜ਼ਿਆਦਾ, ਚਾਹੇ ਜਿੱਡੀ ਮਰਜ਼ੀ ਤੁਸੀਂ ਚਿਮਨੀਜ਼ ਹੈ, ਕਿਉਂਕਿ ਆਪਣੀਆਂ 5 ਲੇਅਰਸ ਹੁੰਦੀਆਂ, ਐਟਮੋਸਫੇਅਰ, ਸਟ੍ਰੈਟੋਸਫੇਅਰ, ਹਨਾ, ਉਹ ਸਾਰੀਆਂ ਲੇਅਰਸ, ਓਜ਼ੋਨ ਲੇਅਰ ਦੇ ਵਿੱਚ ਜਿਹੜੀ ਸਭ ਤੋਂ ਟੌਪ ਲੇਅਰ ਹੁੰਦੀ ਹੈ, ਉਹਦੇ ਵਿੱਚ ਮੋਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ, ਤਾਂ ਆਪਣੀ ਧਰਤੀ ਤਪਸ਼ ਕਰਨ ਲੱਗ ਗਈ ਸੀ। ਉਹ ਕਿਤੇ ਨਾ ਕਿਤੇ ਧਰਤੀ ਬੈਕਐਂਡ ਤੇ ਆਪਣੇ ਆਪ ਨੂੰ ਪ੍ਰੋਟੈਕਟ ਕਰ ਰਹੀ ਹੈ, ਤੇ ਆਪਾਂ ਨੂੰ ਵੀ ਪ੍ਰੋਟੈਕਟ ਕਰ ਰਹੀ ਹੈ। ਤੇ ਉਹਦੇ ਵਿੱਚ ਪ੍ਰਦੂਸ਼ਣ ਤੇ ਹੈ, ਕਹਿੰਦਾ ਇਹ ਸ਼ਹਿਰ ਵੀ ਕਿਆ ਸ਼ਹਿਰ ਹੈ, ਜੋ ਅੱਜ ਤੋਂ ਮੈਂ ਮਹੀਨਾ ਪਹਿਲਾਂ ਦੀ ਗੱਲ ਕਰ ਸਕਦੀ ਹੈ। ਕਹਿੰਦਾ ਇਹ ਸ਼ਹਿਰ ਵੀ ਕਿਆ ਸ਼ਹਿਰ ਹੈ, ਹਵਾओं में धुआं और फिजाओं में जहर है। ਇੱਕ ਇਨਸਾਨ ਕਹਿੰਦਾ ਸ਼ਹਿਰ ਤਾਂ ਕੀ ਸ਼ਹਿਰ ਹੈ, ਹਵਾਵਾਂ 'ਚ ਧੂਆਂ ਹੈ, ਤੇ ਕਹਿੰਦਾ ਇਹਦੀਆਂ ਗੱਲਾਂ ਦੇ ਵਿੱਚ ਜ਼ਹਿਰ ਹੈ। ਕਹਿੰਦਾ ਪਰ ਹੁਣ ਜੋ ਮੈਂ ਸ਼ਾਇਰੀ ਇਹਦੀ ਮੇਰਾ ਤਰਕ ਕੱਢਿਆ, ਕਹਿੰਦਾ ਇਹ ਸ਼ਹਿਰ ਵੀ ਕਿਆ ਸ਼ਹਿਰ ਹੈ, अब हवाओं में रौनक और फिजाओं में प्यार का कहर है। ਕਿਉਂਕਿ ਅੱਜ ਤੁਸੀਂ ਦੇਖੋ ਕਿੰਨੀ ਸੋਹਣੀ ਕੁਦਰਤ ਲੱਗ ਰਹੀ ਹੈ। ਇੱਕ ਮਹੀਨੇ ਦੇ ਲੋਕਡਾਊਨ ਦੇ ਵਿੱਚ ਪ੍ਰਦੂਸ਼ਿਤ ਰਹਿਤ ਹੋ ਗਈਆਂ ਚੀਜ਼ਾਂ, ਕਿਉਂਕਿ 1% ਜਾਂ 2% ਹੀ ਗੱਡੀਆਂ ਨਿਕਲ ਰਹੀਆਂ ਐਸੈਂਸ਼ੀਅਲ ਸਰਵਿਸਿਜ਼ ਕਰਕੇ, ਜਿਹੜੀਆਂ ਜ਼ਰੂਰੀ ਹੈ। ਤੇ ਮੈਂ ਤਾਂ ਇਹ ਚੀਜ਼ ਜ਼ਰੂਰ ਚਾਹੁੰਦੀ ਹਾਂ ਵਿਜੇ ਜੀ, ਕਿ ਜਿਵੇਂ ਮਹੀਨੇ 'ਚ 2 ਵਾਰ ਲੋਕਡਾਊਨ ਹੋਣਾ ਬਹੁਤ ਜ਼ਰੂਰੀ ਹੈ। ਜੇ 15 ਦਿਨਾਂ ਬਾਅਦ ਜਾਂ 1 ਦਿਨ ਲਈ ਲੋਕਡਾਊਨ ਕਰ ਦੇਣ, ਜਾਂ ਇਹ ਫਿਰ ਐਡਮਿਨਿਸਟ੍ਰੇਸ਼ਨ ਜਾਂ ਆਪਣੀ ਗਵਰਨਮੈਂਟ ਇਹ ਕਰ ਸਕਦੀ ਹੈ ਕਿ 15 ਦਿਨਾਂ ਬਾਅਦ 1 ਦਿਨ ਲਈ ਗੱਡੀਆਂ ਰੋਕ ਦਿੱਤੀਆਂ ਜਾਣ, ਲੋਕੀ ਪੈਦਲ ਚੱਲਣ ਜਾਂ ਸਾਈਕਲ ਜਾਂ ਬਾਈਸਾਈਕਲ, ਜਿਹੜਾ ਕਿ ਉਹ ਮੋਟਰ ਵਹੀਕਲ ਤੋਂ ਜਿਹੜੀ ਆਪਣੀ ਕਾਰਬਨ ਮੋਨੋਆਕਸਾਈਡ ਗੈਸਿਸ ਬਾਹਰ ਆਉਂਦੀਆਂ, ਉਹ ਚੀਜ਼ਾਂ ਬੰਦ ਹੋਣ, ਤਾਂ ਸਾਲ ਦੇ ਵਿੱਚ 24 ਦਿਨ, ਮੰਨ ਲਓ 1 ਮਹੀਨੇ ਲਈ ਲੋਕਡਾਊਨ ਹੋ ਜਾਊਗਾ, ਤਾਂ ਆਪਣੀ ਕੁਦਰਤ ਬਹੁਤ ਸੋਹਣੀ ਤੇ ਸੁਹਾਵਣੀ ਹੋ ਜਾਊਗੀ। ਤੇ ਕਈ ਚੀਜ਼ਾਂ ਦੇ ਵਿੱਚ ਇਹਨਾਂ ਨੂੰ ਬੈਨ ਕਰਨਾ ਚਾਹੀਦਾ, ਜਿਵੇਂ ਕਈ ਲੰਡਨ ਦੇ ਵਿੱਚ ਇਹਨਾਂ ਨੇ ਸਾਈਕਲ ਸਟਾਰਟ ਕਰਤੇ ਸੀ। ਕਈ ਐਸੇ ਏਰੀਆਜ਼ ਹੈ ਜਿਹਦੇ ਵਿੱਚ ਆਪਾਂ ਨੂੰ ਸਾਈਕਲ ਜਾਂ ਪੈਦਲ ਚੱਲਣਾ ਮਤਲਬ ਇਹਨਾਂ ਨੂੰ ਸਿਖਾਉਣਾ ਚਾਹੀਦਾ, ਤਾਂ ਜੋ ਲੋਕ ਵੀ ਹੈਲਦੀ ਰਹਿਣ, ਸਾਈਕਲ ਚਲਾਉਣ ਵਾਲੇ ਵੀ ਹੈਲਦੀ, ਤੁਹਾਨੂੰ ਪਤਾ ਹੀ ਹੈ, ਰਹਿੰਦੇ ਹੀ ਹੈ, ਤੰਦਰੁਸਤ ਰਹਿਣਗੇ, ਤਾਂ ਜੋ ਲੋਕ ਜਦੋਂ ਪੈਦਲ ਚੱਲਣਗੇ ਉਹ ਵੀ ਤੰਦਰੁਸਤ ਰਹਿਣਗੇ। ਤੇ ਮੈਨੂੰ ਲੱਗਦਾ ਕਿ ਫਿਰ ਤਾਂ ਇੱਕ ਪਿੰਕੀ ਜੀ ਹੋਰ ਸਵਾਲ ਹੈ ਮੇਰਾ, ਕਿ ਆਪਾਂ ਜਿਸ ਤਰੀਕੇ ਨਾਲ ਆਪਾਂ ਤੁਸੀਂ ਮੋਟਰ ਵਹੀਕਲਾਂ ਦੀ ਗੱਲ ਕੀਤੀ ਹੈ, ਜਾਂ ਸ਼ੋਪਿੰਗ ਮਾਲ ਦੀ ਗੱਲ ਕੀਤੀ ਹੈ, ਜਾਂ ਆਪਾਂ ਰੈਸਟੋਰੈਂਟ ਦੀ ਗੱਲ ਕੀਤੀ ਹੈ, ਉਹ ਜ਼ਿੰਦਗੀ ਜਿਹੜੀ ਆਪਾਂ ਜੀ ਰਹੇ ਸੀ, ਹੁਣ ਤਾਂ ਆਪਾਂ ਸਾਰੇ ਘਰੇ ਹੈਗੇ, ਉਹਨੂੰ ਕੁਝ ਮਿਲ ਵੀ ਨਹੀਂ ਰਿਹਾ। ਤੁਹਾਨੂੰ ਲੱਗਦਾ ਕਿ ਉਹ ਆਰਟੀਫੀਸ਼ੀਅਲ ਜ਼ਿੰਦਗੀ ਸੀ ਇੱਕ? ਹੁਣ ਜਿਸ ਤਰੀਕੇ ਨਾਲ ਆਪਾਂ ਨੂੰ ਕੁਝ ਮਿਲ ਨਹੀਂ ਰਿਹਾ, ਜਿੰਦੇ ਤਾਂ ਆਪਾਂ ਹੁਣ ਵੀ ਹੈਗੇ ਆ, ਘਰ ਦਾ ਵੀ ਖਾਣਾ ਖਾ ਰਹੇ ਆ। ਕਈ ਤਾਂ ਲੋਕ ਹੈਗੇ ਸੀ ਜਿਨ੍ਹਾਂ ਨੂੰ ਘਰ ਦਾ ਖਾਣਾ ਹੀ ਨਹੀਂ ਪਸੰਦ ਹੈਗਾ ਸੀ, ਬਾਹਰ ਜਾ ਕੇ ਖਾਂਦੇ ਸੀ ਇੱਕ ਟਾਈਮ ਦਾ ਖਾਣਾ। ਤੇ ਤੁਹਾਨੂੰ ਲੱਗਦਾ ਉਹ ਆਰਟੀਫੀਸ਼ੀਅਲ ਜ਼ਿੰਦਗੀ ਸੀ? ਜੇ ਜ਼ਿੰਦਗੀ ਦੇਖਣੀ ਹੋਵੇ ਤਾਂ ਹੁਣ ਲੋਕਾਂ ਨੇ ਥੋੜਾ ਮਹਿਸੂਸ ਕੀਤਾ ਹੋਣਾ ਹੈ, ਨਹੀਂ ਘਰ ਰਹਿ ਕੇ ਵੀ ਜਾਂ ਘਰ ਦਾ ਖਾਣਾ ਖਾ ਕੇ ਵੀ ਜੀ ਸਕਦੇ ਹਾਂ ਆਪਾਂ, ਆਰਟੀਫੀਸ਼ੀਅਲ ਜ਼ਿੰਦਗੀ ਨਾ ਜੀਏ, ਮੋਲ ਤੋਂ ਬਿਨਾਂ ਵੀ ਆਪਾਂ ਜਿੰਦਾ ਰਹਿ ਸਕਦੇ ਹਾਂ, ਜੇ ਆਪਾਂ ਰੈਸਟੋਰੈਂਟ ਨਾ ਜਾਵਾਂਗੇ ਤਾਂ ਵੀ ਜਿੰਦਾ ਰਹਿ ਸਕਦੇ ਹਾਂ, ਕੁਝ ਬਾਹਰ ਨਾ ਖਾਵਾਂਗੇ ਚਾਈਨੀਜ਼ ਤਾਂ ਵੀ ਜਿੰਦਾ ਰਹਿ ਸਕਦੇ ਹਾਂ। ਉਹ ਇੱਕ ਆਰਟੀਫੀਸ਼ੀਅਲ ਜ਼ਿੰਦਗੀ ਸੀ, ਜਿਸ ਤਰੀਕੇ ਨਾਲ ਆਪਾਂ ਹੁਣ ਠੀਕ ਹੈ ਬਾਹਰ ਨਹੀਂ ਜਾ ਸਕਦੇ, ਜੇ ਸਭ ਕੁਝ ਬੰਦ ਹੋਏਗਾ ਆਪਾਂ ਬਾਹਰ ਵੀ ਜਾਣਾ ਸ਼ੁਰੂ ਕਰ ਦਾਂਗੇ, ਫਿਰ ਇਹ ਜ਼ਿੰਦਗੀ ਜ਼ਿਆਦਾ ਵਧੀਆ ਹੋਏਗੀ, ਜਾਂ ਫਿਰ ਉਹੀ ਦੁਬਾਰਾ ਭੀੜ ਭੜੱਕੇ ਦੀ ਗੱਲ ਕਰ ਲਈ, ਜਾਂ ਮੋਟਰ ਵਹੀਕਲ ਦੀ ਗੱਲ ਕਰ ਲਈਏ, ਜਾਂ ਆਰਟੀਫੀਸ਼ੀਅਲ ਜ਼ਿੰਦਗੀ ਦੀ ਗੱਲ ਕਰ ਲਈਏ? ਮੈਂ ਇਹ ਕਹਿੰਦੀ ਹਾਂ ਜੀ, ਮਤਲਬ ਨਾ ਜ਼ਿੰਦਗੀ ਨਾਲ ਇਨਸਾਨ ਇੱਕ ਜਦੋਂ ਵੀ ਕੋਈ ਨਵਾਂ ਆਵਿਸ਼ਕਾਰ ਕਰਦਾ, ਆਪਣੀਆਂ ਜ਼ਰੂਰਤਾਂ ਵਧਾ ਦਿੰਦਾ। ਬਿਲ ਗੇਟਸ ਦੁਨੀਆ ਦਾ ਨੰਬਰ 1 ਅਮੀਰ ਇਨਸਾਨ ਹੈ। ਜੇ ਤੁਸੀਂ ਉਹਦੀ ਲਾਈਫ ਤੇ ਜਾਓ ਤਾਂ ਉਹ ਬਹੁਤ ਹੀ ਸਿੰਪਲ ਕੱਪੜੇ ਪਾਉਂਦਾ। ਉਹਦੇ ਵਾਰਡਰੋਬਸ ਦੇ ਵਿੱਚ ਤੁਹਾਨੂੰ 5-10 ਸ਼ਰਟਸ ਤੇ 5-10 ਟਰਾਊਜ਼ਰਸ ਮਿਲਣਗੇ। ਉਹ ਆਪਣੇ ਫੋਨ ਤੋਂ ਦੂਰ ਰੱਖਦਾ,
ਐਂਡ ਹੀ ਇਜ਼ ਮਾਈਕਰੋਸਾਫਟ ਦਾ ਓਨਰ ਹੈ। ਉਹਦੇ ਵਿੱਚ ਉਹਨੇ ਕੀ ਕੀਤਾ, ਉਹ ਸਿੰਪਲ ਖਾਣਾ, ਘਰ ਦਾ ਖਾਣਾ ਪਸੰਦ ਕਰਦਾ ਹੈ। ਜੇ ਫੋਰਨ ਦੇ ਵਿੱਚ ਤਾਂ ਪਹਿਲਾਂ ਵੀ ਕਿਹਾ ਗਿਆ ਸੀ, ਜਿਹੜਾ ਮੈਕਡੋਨਲਡ ਜਾਂ ਪੀਜ਼ਾ ਹਟ ਜਾਂ 버ਗਰ ਖਾਂਦੇ ਉਹਨੂੰ ਗਰੀਬ ਕਿਹਾ ਜਾਂਦਾ। ਜਿਹੜੇ ਘਰ ਦੀ ਕੁਕਿੰਗ ਕਰਦੇ ਆ ਵੈਸਟਰਨ ਕੰਟਰੀਜ਼ ਦੇ ਵਿੱਚ, ਜਿਹੜੇ ਕਹਿੰਦੇ ਜਿਹੜੇ ਘਰੇ ਪਕਾਉਂਦਾ ਨਾ ਉਹ ਬੜਾ ਅਮੀਰ ਬੰਦਾ, ਰੋਇਲ ਹੈ, ਕਿਉਂਕਿ ਬਾਹਰੋਂ ਖਾਣਾ ਗਰੀਬਾਂ ਨੂੰ ਕਿਹਾ ਜਾਂਦਾ। ਆਪਣੇ ਹਿੰਦੁਸਤਾਨ ਚ ਉਲਟਾ ਹੈ ਜੀ, ਕਹਿੰਦੇ ਘਰ ਦਾ ਖਾਣਾ ਗਰੀਬ ਬੰਦਾ ਬਣਾਉਂਦਾ ਤੇ ਜਿਹੜਾ ਬਾਹਰੋਂ ਖਾਂਦਾ ਅਮੀਰ ਹੈ। ਨੋ, ਇਹ ਜਿਹੜੀ ਆਰਟੀਫਿਸ਼ਲ ਜ਼ਿੰਦਗੀ ਨਾ, ਜੇ ਤੁਸੀਂ ਹੁਣ ਆਰਟੀਫਿਸ਼ਲ ਕਹਿ ਰਹੇ ਹੋ, ਮੈਂ ਇਹਨੂੰ ਕਹਿੰਦੀ ਹਾਂ ਕਿ ਜ਼ਿੰਦਗੀ 'ਚ ਇਨਸਾਨ ਨੇ ਬਿਨਾਂ ਮਤਲਬ ਜ਼ਰੂਰਤਾਂ ਵਧਾਈਆਂ ਹੋਈਆਂ। ਇਹ ਜ਼ਰੂਰੀ ਨਹੀਂ ਕਿ ਸ਼ਾਪਿੰਗ ਮਾਲ 'ਚ ਜਾ ਕੇ ਤੁਹਾਡਾ ਗੁਜ਼ਾਰਾ ਹੈ। ਮੈਂ ਤੁਸੀਂ ਆਪਣੀ, ਜੇ ਮੇਰੀ ਤੁਸੀਂ ਆਪਣੀ ਹਿਸਟਰੀ ਸੁਣੋ ਆਪਣੀ ਲਾਈਫ ਬਾਰੇ, ਮੈਂ ਮਾਲ ਦੇ ਵਿੱਚ ਜਦ ਜਾਂਦੀ ਹਾਂ, ਜੇ ਮੈਨੂੰ ਕੋਈ ਕੰਮ ਹੋਵੇ ਜਾਂ ਮੈਨੂੰ ਕੋਈ ਇਵੈਂਟਸ ਰਿਲੇਟਡ ਕੰਮ ਹੋਵੇ ਜਾਂ ਮੈਂ ਕੋਈ ਸੀਰੀਅਸਲੀ ਸ਼ਾਪਿੰਗ ਕਰਨਾ ਚਾਹੁੰਦੀ ਹਾਂ, ਮੈਂ ਉਦੋਂ ਹੀ ਜਾਣਾ ਪਸੰਦ ਕਰਦੀ ਹਾਂ। ਮੈਨੂੰ ਬਿਨਾਂ ਮਤਲਬ ਤੋਂ ਮਾਲ 'ਚ ਘੁੰਮਣਾ ਚੰਗਾ ਨਹੀਂ ਲੱਗਦਾ, ਕਿਉਂਕਿ ਤੁਸੀਂ ਬਿਨਾਂ ਮਤਲਬ ਇੱਧਰ ਨੂੰ ਹੋਗੇ ਉੱਧਰ ਨੂੰ ਹੋਗੇ, ਫਿਰ ਤੁਸੀਂ ਘਰੋਂ ਬਾਹਰ ਜਾਂਦੇ ਹੋ, 4 ਪੈਸੇ ਖਰਚ ਕੇ ਆਉਂਦੇ ਹੋ, ਉਦੋਂ ਕੋਈ ਫਾਇਦਾ ਨਹੀਂ ਬਣਦਾ। ਕਿਉਂਕਿ ਆਪਣੀ ਜ਼ਿੰਦਗੀ ਦੀ ਡਿਸਿਪਲਿਨ 'ਚ ਰਹਿਣਾ ਸਿੱਖੋ। ਘਰ ਦਾ ਖਾਣਾ ਸਭ ਤੋਂ ਵੱਡੀ ਨਿਰੋਗੀ ਕਾਇਆ। ਜੇ ਨਿਰੋਗੀ ਕਾਇਆ ਤੁਸੀਂ ਰੱਖੀ ਹੈ, ਉਸ ਤੋਂ ਵਧੀਆ ਕੋਈ ਨਹੀਂ। ਹੁਣ ਜਿਵੇਂ ਕੋਈ ਹੈਲਥ ਸਪਲੀਮੈਂਟਸ ਵੀ ਲੈਂਦੇ ਆ, ਹੈਲਥ ਸਪਲੀਮੈਂਟਸ ਵੀ ਇੰਨੇ ਚੰਗੇ ਨਹੀਂ ਮੰਨੇ ਜਾਂਦੇ ਕਿ ਜੇ ਤੁਸੀਂ ਲੋੜ ਤੋਂ ਵੱਧ ਹੈਲਥ ਸਪਲੀਮੈਂਟਸ ਲੈ ਕੇ ਆਪਣੀ ਬੋਡੀ ਨੂੰ ਫਿਟ ਕਰਦੇ ਹੋ। ਮੋਟੇ ਹੋ ਜਾਂ ਤੁਸੀਂ ਪਤਲੇ ਹੋਣਾ, ਇਹ ਕੋਈ ਮਤਲਬ ਨਹੀਂ ਰੱਖਦਾ। ਤੁਸੀਂ ਹੈਲਦੀ ਨਿਰੋਗੀ ਹੋਣਾ, ਉਹ ਬਹੁਤ ਵੱਡਾ ਮਤਲਬ ਰੱਖਦਾ। ਕਈ ਕਈ ਬੰਦੇ ਕਿੱਡੇ ਕਿੱਡੇ ਹੈਲਦੀ ਆ, ਬਟ ਉਹਨਾਂ ਦਾ ਨਿਰੋਗੀ ਕਿੰਨੇ ਪਏ। ਜੇ ਤੁਸੀਂ ਪਹਿਲਵਾਨ ਦੇਖ ਲਓ, ਉਹਨਾਂ ਦੇ ਢਿੱਡ ਕਿੱਡੇ ਕਿੱਡੇ ਹੁੰਦੇ ਆ, ਮਤਲਬ ਉਹਨਾਂ ਦੀ ਬੋਡੀ ਕਿੱਡੀ ਕਿੱਡੀ ਹੁੰਦੀ ਹੈ, ਪਰ ਉਹ ਅੰਦਰੋਂ ਨਿਰੋਗੀ ਹੁੰਦੇ ਨੇ। ਮਤਲਬ ਹੋਰ ਤੁਸੀਂ ਕਈ ਬੰਦੇ ਦੇਖ ਲਓ, ਜਮਾਂ ਪਤਲੇ ਚੀੜੇ ਹੁੰਦੇ ਆ, ਬਟ ਜਿਹੜੇ ਖੇਤਾਂ 'ਚ ਕਈ ਕੰਮ ਕੁਮ ਕਰਦੇ ਆ, ਉਹਨਾਂ ਦੀ ਆਟੋਮੈਟਿਕਲੀ ਬੋਡੀ ਬਣ ਜਾਂਦੀ ਹੈ। ਕਈ ਮਾਰਦੇ ਆ ਜਾਂ ਮਤਲਬ ਖਾਲੀਆਂ ਮਤਲਬ ਬਣਾਉਂਦੇ ਆ, ਜਾਂ ਜਦੋਂ ਵਾਹੀ ਕਰਦੇ ਆ, ਉਹ ਨਿਰੋਗੀ ਕਾਇਆ ਲੈ ਕੇ ਆਉਣੀ ਬਹੁਤ ਜ਼ਰੂਰੀ ਹੈ। ਤੇ ਮੈਂ ਇਹ ਚਾਹੁੰਦੀ ਹਾਂ ਕਿ ਲੋਕਾਂ ਨੂੰ ਚਾਹੀਦਾ 70 ਤੋਂ 80% ਆਪਦਾ ਘਰੇ ਖਾਣਾ ਖਾਓ, 20% ਤੁਸੀਂ ਬੱਚਿਆਂ ਨੂੰ ਬਾਹਰ ਘੁੰਮਣਾ ਸਿਖਾਓ, 80% ਨਾ ਸਿਖਾਓ। ਅੱਜ ਕੱਲ ਮਾਹੌਲ ਹੋ ਰਿਹਾ ਕਿ ਬੱਚੇ ਮਾਪਿਆਂ ਨੂੰ ਅੱਗੇ ਲਾਉਂਦੇ ਆ, ਚਲੋ ਜੀ ਅੱਜ ਆਪਣਾ ਮਾਲ ਟਾਈਮ, ਅੱਜ ਆਪਾਂ ਜਾਣਾ, ਆਪਾਂ ਬਾਹਰੋਂ ਖਾਣਾ। ਨੋ, ਤੁਸੀਂ ਕੋਸ਼ਿਸ਼ ਕਰੋ ਬੱਚਿਆਂ ਨੂੰ ਹੈਲਦੀ ਘਰੋਂ ਖਾਣਾ ਬਣਾਉਣ ਦੀ। ਐਂਡ 20%, ਜਿਵੇਂ ਹੁਣ ਮਹੀਨੇ 'ਚ ਕਿੰਨੇ ਦਿਨ ਹੁੰਦੇ ਆ, 30 ਦਿਨ ਹੁੰਦੇ ਆ, ਉਹਨਾਂ ਨੂੰ ਸਿਰਫ 4 ਦਿਨਾਂ ਲਈ ਕੋਸ਼ਿਸ਼ ਕਰੋ ਕਿ ਆਪਾਂ 4 ਦਿਨ ਹੀ ਬਾਹਰੋਂ ਖਾਣਾ ਤੇ 26 ਦਿਨ ਘਰ ਦਾ ਖਾਣਾ। ਉਹ 4 ਦਿਨਾਂ ਦੇ ਵਿੱਚ ਵੀ ਕੁਝ ਕਨਸੈਪਟਸ ਬਣਾਓ, ਤਾਂ ਜੋ ਆਪਾਂ ਕਹਿੰਦੇ ਕਿ ਜੋ ਲੋਕ ਜਿਵੇਂ ਰੈਸਟੋਰੈਂਟ ਚਲਾਉਂਦੇ ਆ ਜਾਂ ਜਿਨ੍ਹਾਂ ਦਾ ਇੱਥੋਂ ਹੀ ਰੋਟੀ ਰੋਜੀ ਚੱਲਦੀ ਆ, ਉਹ ਵੀ ਨਾ ਮਤਲਬ ਬੀਟ ਅਪ ਹੋਵੇ, ਪਲੱਸ ਬੱਚਿਆਂ ਨੂੰ ਵੀ ਇਹ ਲੱਗੇ ਕਿ ਨਿਰੋਗੀ ਕਾਇਆ ਬਹੁਤ ਜ਼ਰੂਰੀ। ਇੱਕ ਹੋਰ ਸਵਾਲ ਹੈ ਕਿ ਹੁਣ ਜਿਸ ਤਰੀਕੇ ਨਾਲ 23 ਤਰੀਕ ਤੋਂ ਜਿਹੜਾ ਹੈਗਾ ਦੇਸ਼ ਲੋਕਡਾਊਨ ਕੀਤਾ ਹੋਇਆ, ਹੁਣ ਸਮੇਂ ਦੇ ਨਾਲ ਕਹਿੰਦੇ ਸਾਡੇ ਹੀਰੋ ਵੀ ਬਦਲ ਗਏ ਨੇ। ਹੀਰੋ ਬਦਲ ਗਏ ਨੇ। ਜੇ ਮੈਂ ਹੁਣ ਸਪਸ਼ਟ ਤੁਹਾਨੂੰ ਕਿਉਂਕਿ ਮੈਸੇਜ ਬੜੇ ਫਾਰਵਰਡ ਹੁੰਦੇ ਪਏ ਨੇ, ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਬੱਚੇ ਵੀ ਲਿਖਣ ਲੱਗ ਪਏ ਨੇ, ਇਸ ਤੋਂ ਕਿ ਯੰਗ ਵੀ ਲਿਖਣ ਲੱਗ ਪਏ ਨੇ ਕਿ ਸਾਡੇ ਹੀਰੋ ਆ ਨੇ। ਜੇ ਹੁਣ ਦਾ ਇਹ ਜੇ ਸਮਾਂ ਦੇਖੀਏ, ਜਿਹੜੇ ਆਪਾਂ ਨੂੰ ਸਟਾਰ ਐਂਟਰਟੇਨਮੈਂਟ ਆਪਾਂ ਨੂੰ ਕਰਦੇ ਸੀ ਪਰਦੇ ਤੇ ਜਾ ਕੇ, ਜਾਂ ਹੁਣ ਜਿਹੜੇ ਜਿਸ ਤਰੀਕੇ ਨਾਲ ਦੇਸ਼ ਜਿਹੜਾ ਬੰਦ ਹੈਗਾ, ਕਿਉਂਕਿ ਹੁਣ ਪੀਵੀਆਰ ਥੀਏਟਰ ਵੀ ਬੰਦ ਹੈਗੇ ਨੇ। ਜੇ ਮੈਂ ਪੁੱਛਾਂ ਕਿ ਤੁਹਾਡਾ ਸਭ ਤੋਂ ਵੱਡਾ ਸਟਾਰ ਕੌਣ ਹੈ ਮੌਜੂਦਾ ਹੁਣ ਦੀ ਕੰਡੀਸ਼ਨ ਵਿੱਚ, ਤੁਸੀਂ ਕਿਹਨੂੰ ਕਹੋਗੇ? ਜੀ ਆਪਾਂ ਹੁਣ ਸਟਾਰਾਂ ਦੀ ਗੱਲ ਕੀਤੀ ਜਾਵੇ, ਇਨਸਾਨ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਟਾਰ ਹੁੰਦਾ। ਆਪਣੇ ਆਪ 'ਚ ਮੈਂ ਆਪਣੇ ਆਪ ਨੂੰ ਵੱਡਾ, ਆਪਣੇ ਆਪ ਦਾ ਹੀ ਸਟਾਰ ਮੰਨੂਗੀ। ਬਟ ਜਿਹੜੇ ਸਟਾਰ ਅੱਜ ਦੇ ਟਾਈਮ 'ਚ ਉਹ ਹੈ ਜਿਹੜੇ ਆਪਣੇ ਦੇਸ਼ ਨੂੰ ਬਚਾ ਰਹੇ ਨੇ। ਉਹ ਡਾਕਟਰਸ ਨੂੰ ਮੈਂ ਮੰਨੂਗੀ, ਉਹ ਜਿਹੜੇ ਮਤਲਬ ਪੁਲਿਸ ਅਧਿਕਾਰੀਆਂ ਨੂੰ ਮੈਂ ਮੰਨੂਗੀ, ਜਿਹੜੇ ਬੈਂਕ EMPLOYEES ਜਾ ਰਹੇ ਆ ਜਾਂ ਐਸੈਂਸ਼ੀਅਲ ਸਰਵਿਸਿਜ਼ ਦੇ ਰਹੇ ਆ ਲੋਕਾਂ ਨੂੰ, ਜਿਹੜੇ ਕਲੀਨਰਸ ਹੋ ਗਏ, ਸਫਾਈ ਕਰ ਰਹੇ ਆ ਆਪਣੇ ਦੇਸ਼ ਦੀ, ਹੈ ਨਾ, ਇਸ ਟਾਈਮ ਦੇ ਵਿੱਚ, ਉਹ ਅਸਲੀ ਅੱਜ ਸਟਾਰ ਕਹਾਉਣ ਦੇ ਹੱਕਦਾਰ ਨੇ। ਤੇ ਜਿਵੇਂ ਇੱਕ ਸ਼ੇਕਸਪੀਅਰ ਦੀ ਬਹੁਤ ਵੱਡੀ ਗੱਲ ਸੀਗੀ ਕਿ ਉਹਨੇ ਇੱਕ ਪਲੇ ਦੇ ਵਿੱਚ ਵੀ ਕਿਹਾ ਸੀ, ਕਹਿੰਦਾ ਇਹ ਦੁਨੀਆ ਇੱਕ ਖੇਡ ਤਮਾਸ਼ਾ, ਆਪਾਂ ਸਾਰੇ ਇੱਥੇ ਆਰਟਿਸਟ ਆ, ਇੱਕ ਕਲਾਕਾਰ ਹੈ। ਫਰਕ ਕਹਿੰਦਾ ਹੈ ਕਿ ਕੋਈ ਕਲਾਕਾਰ ਆਪਣੀ ਅਲੱਗ-ਅਲੱਗ ਪਦਵੀ, ਕੋਈ ਡਾਕਟਰ ਹੈ, ਕੋਈ ਨਰਸ ਹੈ, ਕੋਈ ਮਤਲਬ ਲਾਇਰ ਹੈ, ਅਲੱਗ-ਅਲੱਗ ਆਪਣਾ ਐਜ਼ ਹੈ, ਪਰ ਸਭ ਤੋਂ ਕਠਿਨ ਰੋਲ ਉਹ ਰੱਬ ਨੇ ਉਹਨੂੰ ਦਿੱਤਾ ਜਿਹਨੂੰ ਬਹੁਤ ਅੱਗੇ ਜ਼ਿੰਦਗੀ 'ਚ ਦੇਖਣਾ ਚਾਹੁੰਦਾ। ਉਵੇਂ ਹੀ ਹੈ ਜੀ, ਕਿਉਂਕਿ ਹਰੇਕ ਇਨਸਾਨ ਦਾ ਟਾਈਮ ਟੂ ਟਾਈਮ ਆਉਂਦਾ, ਪਰ ਇਹ ਚੀਜ਼ ਆਪਾਂ ਨੂੰ ਮੰਨਣੀ ਚਾਹੀਦੀ ਹੈ ਕਿ ਜਿਹੜਾ ਚੀਜ਼ ਆਪਾਂ ਪੈਸਾ ਹੋਰ ਚੀਜ਼ਾਂ ਦੇ ਵਿੱਚ ਆਪਾਂ ਦਾਨ ਪੁੰਨ ਜਾਂ ਹੋਰ ਚੀਜ਼ਾਂ 'ਚ ਦਿੰਨੇ ਆ, ਹਰੇਕ ਜਗ੍ਹਾ ਦੇ ਵਿੱਚ ਇੱਕ ਦੀ ਥਾਂ 2 ਹਸਪੀਟਲਸ ਹੋਣੇ ਬਹੁਤ ਜ਼ਰੂਰੀ ਹੈ। ਅਕਸਰ ਤੁਸੀਂ ਦੇਖਿਆ ਕਿ ਗੁਰੂ ਘਰ ਹੋ ਗਏ ਜਾਂ ਮਤਲਬ ਟੈਂਪਲਸ ਹੋ ਗਏ, ਮੌਸਕਸ ਹੋ ਗਏ, ਚਰਚਿਸ ਹੋ ਗਏ, ਉਹ ਬਹੁਤ ਜ਼ਿਆਦਾ। ਉਹਨਾਂ ਚੀਜ਼ਾਂ ਦੀ ਬਜਾਏ ਇੱਕ ਪਿੰਡ ਦੇ ਵਿੱਚ ਘੱਟੋ ਘੱਟ ਇੱਕ ਹਸਪੀਟਲ ਹੋਣਾ ਅੱਜ ਦੇ ਟਾਈਮ 'ਚ ਬਹੁਤ ਜ਼ਰੂਰੀ ਸੀ। ਛੋਟੇ ਛੋਟੇ ਕਸਬਿਆਂ 'ਚ ਹਸਪਤਾਲ ਹੋਣੇ ਬਹੁਤ ਜ਼ਰੂਰੀ ਸੀ। ਇਹ ਆਪਣੀ ਜਿਹੜੀ ਪੀੜ੍ਹੀ ਆ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਕਿ ਇਸ ਚੀਜ਼ ਤੇ ਜ਼ਰੂਰ ਕਰੂਗੀ ਕੋਸ਼ਿਸ਼, ਨਹੀਂ ਬਿਕੋਜ਼ ਨਹੀਂ, ਮੇਰੇ ਇੱਕ ਹੋਰ ਸਵਾਲ ਹੈ,
ਤੁਹਾਨੂੰ ਲੱਗਦਾ ਫਿਰ ਆਉਣ ਵਾਲੀ ਪੀੜ੍ਹੀ, ਜਿਵੇਂ ਹੁਣ ਤੁਸੀਂ ਗੱਲ ਕੀਤੀ ਹਸਪੀਟਲ ਦੀ, ਆਉਣ ਵਾਲੀ ਪੀੜ੍ਹੀ ਇਹ ਵੀ ਪੁੱਛੇ ਕਿ ਤੁਸੀਂ 113 ਨੰਬਰ ਆਉਂਦਾ ਇੰਡੀਆ ਦਾ ਮੈਡੀਕਲ ਦੇ ਵਿੱਚ, ਆਪਾਂ ਦੇਖੀ ਜਾਈਏ ਤਾਂ ਆਉਣ ਵਾਲੀ ਪੀੜ੍ਹੀ ਵੀ ਸਵਾਲ ਪੁੱਛੇ ਕਿ ਤੁਸੀਂ ਹਸਪੀਟਲ ਦੀ, ਠੀਕ ਹੈ ਅਲੱਗ-ਅਲੱਗ ਪਾਰਟੀਆਂ ਜਿਹੜੀਆਂ ਹੈਗੀਆਂ, ਆਪਾਂ ਸਿਆਸਤ ਦੀ ਗੱਲ ਤਾਂ ਨਹੀਂ ਕਰਨੀ, ਪਰ ਅਲੱਗ-ਅਲੱਗ ਲੋਕ ਕਹਿੰਦੇ ਵੀ ਨੇ ਕਿ ਹਸਪੀਟਲ ਬਣਵਾਓ, ਕਿਉਂਕਿ ਸਾਨੂੰ ਜ਼ਿਆਦਾ ਐਜੂਕੇਸ਼ਨ ਤੇ ਹਸਪੀਟਲ ਦੀ ਜ਼ਰੂਰਤ ਹੈਗੀ ਇੰਡੀਆ ਦੇ ਵਿੱਚ, ਜਿਸ ਤੱਕ ਬਿਮਾਰੀ ਕੰਟਰੋਲ ਕੀਤੀ ਗਈ ਹੈ। ਜੇ ਹੋ ਸਕਦਾ ਜੀ ਹਾਲਾਤ ਬਦਤਰ ਹੋ ਜਾਂਦੇ ਤਾਂ ਆਪਾਂ ਸ਼ਾਇਦ ਕੰਟਰੋਲ ਵੀ ਨਾ ਕਰ ਪਾਉਂਦੇ, ਕਿਉਂਕਿ ਮੈਡੀਕਲ ਦੇ ਤੌਰ ਤੇ ਆਪਣਾ ਨੰਬਰ ਬਹੁਤ ਪਿੱਛੇ ਆਉਂਦਾ ਹੈ, ਕਿਉਂਕਿ 2 ਨੰਬਰ ਤੇ ਇਟਲੀ ਆਉਂਦਾ, ਉਹਨਾਂ ਨੇ ਵੀ ਆਪਣੇ ਦੇਸ਼ ਵਿੱਚ ਮੌਤਾਂ ਦੇਖੀਆਂ ਨੇ, ਹਾਲਾਤ ਦੇਖੇ ਨੇ। ਪਰ ਸਵਾਲ ਇੱਥੇ ਪੈਦਾ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਨੌਜਵਾਨ ਵੀ ਆਪਾਂ ਨੂੰ ਸਵਾਲ ਕਰਨਗੇ ਜਾਂ ਬੱਚੇ ਕਰਨਗੇ ਸਵਾਲ ਕਿ ਤੁਸੀਂ ਹਸਪੀਟਲ ਹੋਰ ਕਿਉਂ ਨਹੀਂ ਜ਼ਿਆਦਾ ਬਣਾਏ, ਜਾਂ ਐਜੂਕੇਸ਼ਨ ਲੋਕਾਂ ਨੂੰ ਹੋਰ ਕਿਉਂ ਨਹੀਂ ਦਿੱਤੀ, ਕਿ ਲੋਕ ਹੋ ਜਾ ਕੇ ਸਥਾਈ ਹੁੰਦੇ ਜਾਂ ਲੋਕ ਪੜ੍ਹੇ ਲਿਖੇ ਹੁੰਦੇ ਜ਼ਿਆਦਾ, ਤੇ ਆਪਾਂ ਸ਼ਾਇਦ ਹੋ ਸਕਦਾ ਕਿ ਆਪਣਾ ਜਿਹੜਾ ਮੈਡੀਕਲ ਹੈਗਾ ਹੋਰ ਅੱਗੇ ਚਲਾ ਜਾਂਦਾ ਆਪਣਾ ਨੰਬਰ ਦੇਸ਼ ਦਾ। ਦੇਖੋ ਜੀ, ਇਹ ਅੱਜ ਤੁਹਾਨੂੰ ਇਹ ਚੀਜ਼ ਸਿੱਧਾ ਹੋਊਗੀ। ਹੁਣ ਇਟਲੀ ਸੈਕਿੰਡ ਨੰਬਰ ਤੇ ਸੀ, ਪਰ ਇਟਲੀ ਤੇ ਕੈਸਾ ਕਹਿਰ ਬਰਸਿਆ ਕਰੋਨਾ ਦਾ, ਹਨਾ, ਤੇ ਆਪਣਾ 113 ਨੰਬਰ ਤੇ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕਿਹੜੇ ਨੰਬਰ ਤੇ ਆਉਣੇ, ਇਹ ਬਹੁਤ ਜ਼ਰੂਰੀ ਹੁੰਦਾ ਕਿ ਜਿਸ ਟਾਈਮ ਤੁਸੀਂ ਫਸੇ ਹੁੰਦੇ ਉਸ ਟਾਈਮ ਤੁਹਾਡਾ ਦਿਮਾਗ ਕੀ ਕੰਮ ਕਰਦਾ ਹੈ। ਜਿਵੇਂ ਆਪਣੇ ਮਤਲਬ ਪ੍ਰਧਾਨ ਮੰਤਰੀ ਸਾਹਿਬ ਸੀ ਮੋਦੀ ਜੀ, ਜਾਂ ਕੋਈ ਵੀ ਪ੍ਰਧਾਨ ਮੰਤਰੀ ਇਸ ਟਾਈਮ ਕਿਸੇ ਵੀ ਪਾਰਟੀ ਦਾ ਹੁੰਦਾ, ਤਾਂ ਉਹਨੇ ਜੋ ਮੇਨ ਕਦਮ ਉਠਾਏ, ਮੇਨ ਥਿੰਗ ਇਜ਼ ਲੋਕਡਾਊਨ, ਉਹਨਾਂ ਨੇ ਲੋਕਡਾਊਨ ਕਰਕੇ ਬਹੁਤ ਵਧੀਆ ਕਦਮ ਉਠਾਇਆ। ਤੇ ਹੁਣ ਮੈਂ ਅੱਛਾ ਵੀ ਸਮਝੂਗੀ ਕਿ ਜੇ, ਕਿਉਂਕਿ ਜ਼ਿੰਦਗੀ ਤੋਂ ਵੱਧ ਕੋਈ ਚੀਜ਼ ਨਹੀਂ, ਕਹਿੰਦਾ ਜਾਨ ਹੈ ਤਾਂ ਜਹਾਨ ਹੈ, ਕਿ ਜੇ ਜ਼ਿੰਦਗੀ ਹੈਗੀ ਹੈ ਤਾਂ ਬੰਦੇ ਦਾ ਇਹ ਦੁਨੀਆ ਹੈਗੀ ਹੈ। ਮਤਲਬ ਜੇ ਲੋਕਡਾਊਨ ਉਹਨਾਂ ਨੂੰ ਐਕਸਟੈਂਡ ਵੀ ਕਰਨਾ ਪਿਆ ਤਾਂ ਕਰਨਾ ਚਾਹੀਦਾ। ਇਟਲੀ ਜਾਂ ਅਮਰੀਕਾ ਦੇ ਵਿੱਚ, ਹੁਣ ਮੇਰੀ ਫੈਮਿਲੀ ਅਮਰੀਕਾ ਦੇ ਵਿੱਚ ਹੈ, ਉਹ ਕਿਉਂ ਥੋੜੀ ਜੀ ਮਤਲਬ ਗੱਲਾਂ ਬਾਤਾਂ ਦੇ ਵਿੱਚ ਰਹਿ ਗਏ, ਰੀਜ਼ਨ ਵੀ ਉਹਨਾਂ ਨੇ ਲੋਕਡਾਊਨ ਨਹੀਂ ਕੀਤਾ ਕਿਉਂਕਿ ਉਹ ਸਾਰੀਆਂ ਲਿਬਰਲ ਕੰਟਰੀਜ਼ ਆ। ਆਪਣਾ ਵੀ ਦੇਸ਼ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਫॉर द ਪੀਪਲ, ਆਫ द ਪੀਪਲ, ਬਾय द ਪੀਪਲ। ਮਤਲਬ ਆਪਾਂ ਵੀ ਆਜ਼ਾਦ ਹਿੰਦ ਦੇ ਨੌਜਵਾਨ ਹੈ, ਬਟ ਕਈ ਚੀਜ਼ਾਂ ਨਾ ਮਤਲਬ ਐਟ ਟਾਈਮ ਸਿਚੁਏਸ਼ਨ ਨੂੰ ਸੰਭਾਲਣਾ ਹੁੰਦਾ। ਹੁਣ ਤੁਸੀਂ, ਇੱਕ ਬਹੁਤ ਪੁਰਾਣਿਆਂ ਦੀ ਕਹਾਵਤ ਹੈ, ਹੁਣ ਇੱਕ ਇਨਸਾਨ ਸਿੱਧਾ ਤੁਰਿਆ ਜਾਂਦਾ, ਤੁਰਿਆ, ਉਹਨੂੰ ਪਤਾ ਕਿ ਅੱਗੇ ਟੁੱਬ ਹੈ, ਬਟ ਉਹਨੂੰ ਆਪਣੇ ਆਪ ਤੇ ਇੰਨਾ ਮਾਣ ਹੈ ਕਿ ਮੇਰੀ ਛਾਲ ਵੀ ਫੁੱਟਦੀ ਹੈ, ਮੈਂ ਮਾਰ ਜੂ। ਹੁਣ ਇੱਕ ਮਾਰ ਸਕਦਾ, ਸਾਰੇ ਤਾਂ ਨਹੀਂ ਨਾ ਮਾਰ ਸਕਦੇ। ਇਸ ਕਰਕੇ ਕਿ ਜੋ ਆਪਣੀ ਐਡਮਿਨਿਸਟ੍ਰੇਸ਼ਨ ਨੇ ਕਦਮ ਚੱਕਿਆ, ਬਹੁਤ ਵਧੀਆ ਕਦਮ ਚੱਕਿਆ। ਤੇ ਜਿਹੜੀ ਗੱਲ 113ਵੇਂ ਨੰਬਰ ਦਾ, ਦੂਜੇ ਨੰਬਰ ਤੇ ਆਉਣ ਦਾ ਮੈਟਰ ਨਹੀਂ, ਤੁਸੀਂ ਹਾਲਾਤਾਂ ਦੀ ਕਿਹੋ ਜਿਹੀ ਪਕੜ ਬਣਾਈ ਹੈ। ਮੈਨੂੰ ਲੱਗਦਾ ਕਿ ਜੇ ਸਾਰੇ ਆਪਣੇ ਹੀ ਭੈਣ ਭਰਾਵਾਂ ਨੇ, ਸਾਥ ਸੰਬੰਧੀਆਂ ਨੇ ਸਾਥ ਦਿੱਤਾ ਲੋਕਡਾਊਨ ਦੇ ਵਿੱਚ, ਤੁਸੀਂ ਆ ਮਹੀਨੇ 2 ਮਹੀਨੇ ਦੀ ਗੱਲਬਾਤ ਹੈ, ਮਹੀਨਾ ਲੰਘ ਗਿਆ, ਨੈਕਸਟ ਮੰਥ ਦੀ ਗੱਲ ਹੈ, ਲੰਘ ਗਿਆ, ਤਾਂ ਆਪਾਂ ਇੱਕ ਵਿਸ਼ਵ ਵਿਜੇਤਾ ਮੰਨੇ ਜਾਵਾਂਗੇ, ਕਿਉਂਕਿ 1.25 ਕਰੋੜ ਦੀ ਆਬਾਦੀ ਬਹੁਤ ਜ਼ਿਆਦਾ ਆਬਾਦੀ ਹੁੰਦੀ ਹੈ ਜੇ ਆਪਾਂ ਕੰਟਰੋਲ ਕਰ ਲਿਆ। ਬਟ ਅੱਜ ਦੇ ਫਿਗਰਸ 20,000 ਦੇ ਆਸ-ਪਾਸ ਆ ਚੁੱਕੇ ਨੇ, ਤੁਸੀਂ ਦੇਖਿਆ ਹੀ ਹੋਏਗਾ। ਪਰ ਮੈਂ ਇਹ ਚਾਹੁੰਦੀ ਹਾਂ ਕਿ ਜਿੰਨਾ ਇਹ ਘੱਟ ਤੋਂ ਘੱਟ ਹੋ ਸਕੇ ਉਹ ਬਹੁਤ ਅੱਛੀ ਗੱਲ ਹੈ। ਆਪਾਂ ਨੂੰ ਕੰਟਰੋਲ ਕਰਨਾ ਇੰਪੋਰਟੈਂਟ ਚੀਜ਼। ਹੁਣ ਅਸੀਂ ਮੀਡੀਆ ਵਿੱਚ ਵੀ ਖਬਰਾਂ ਆ ਰਹੀਆਂ ਸੀ, ਪ੍ਰਸ਼ਾਸਨ ਵੱਲੋਂ ਵੀ ਖਬਰਾਂ ਦਿੱਤੀਆਂ ਗਈਆਂ, ਮੈਡੀਕਲ ਬੁਲੇਟਿਨ ਵੀ ਇੱਕ ਜਾਰੀ ਹੁੰਦਾ, ਉਸ ਵਿੱਚ ਅੰਕੜੇ ਦਿੱਤੇ ਜਾਂਦੇ ਨੇ ਡੇਲੀ ਵੀ ਇੰਨੇ ਬੰਦੇ ਜਿਹੜੇ ਹੈਗੇ ਨੇ ਕੋਰੋਨਾ ਪੋਜ਼ਿਟਿਵ ਨੇ, ਇੰਨੇ ਬੰਦੇ ਦੀ ਡੈਥ ਹੋ ਗਈ ਹੈ, ਇੰਨੇ ਬੰਦੇ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ, ਉਹਨਾਂ ਨੂੰ ਛੁੱਟੀ ਮਿਲ ਗਈ ਹੈ। ਜਿਸ ਤਰੀਕੇ ਨਾਲ ਲੋਕਡਾਊਨ ਕੀਤਾ ਹੋਇਆ, ਜਾਂ ਆਪਾਂ ਹੁਣ ਸਾਰੇ ਘਰਾਂ ਦੇ ਵਿੱਚ ਕੈਦ ਹੈਗੇ ਆ, ਕਿਤੇ ਨਾ ਕਿਤੇ ਇਹ ਮਹਿਸੂਸ ਜ਼ਰੂਰ ਇਨਸਾਨ ਕਰਦਾ ਹੋਊਗਾ, ਜਾਂ ਸਾਰੇ ਲੋਕ ਕਰਦੇ ਹੋਣਗੇ ਕਿ ਬਾਹਰ ਨਹੀਂ ਨਿਕਲ ਪਾਉਂਦੇ। ਠੀਕ ਹੈ, ਸਭ ਨੂੰ ਸਮੱਸਿਆ ਆਪਦੀਆਂ ਆਪਦੀਆਂ ਹੈਗੀਆਂ ਨੇ, ਐਮਰਜੈਂਸੀ ਦੀ ਸਮੱਸਿਆ ਹੈਗੀ, ਲੋਕਾਂ ਨੂੰ ਲੋੜ ਵੀ ਹੈਗੀ ਹੈ, ਖਾਣ ਦੀ ਗੱਲ ਕਰ ਲਈਏ, ਚਾਹੇ ਕੱਪੜੇ ਦੀ ਵੀ ਗੱਲ ਕਰ ਲਈਏ, ਸਭ ਨੂੰ ਆਪਣੀ ਲੋੜ ਹੈਗੀ ਹੈ। ਪਰ ਮੈਂ ਸ਼ੁਰੂ 'ਚ ਤੁਹਾਨੂੰ ਇੱਕ ਗੱਲ ਕਹੀ ਸੀ, ਕੁਦਰਤ ਬਾਰੇ ਤੁਹਾਨੂੰ ਪੁੱਛਿਆ ਸੀ ਵੀ ਜਿਹੜੀ ਕੁਦਰਤ ਹੈਗੀ ਆ, ਕੱਲ ਵੀ ਮੈਂ ਜਿਸ ਤਰੀਕੇ ਤੁਹਾਡੇ ਦੋਸਤੀ ਨੇ ਆਪਣੇ ਗੁਰਪ੍ਰੀਤ ਸਿੰਘ ਸਿੱਖ, ਉਹਨਾਂ ਨੇ ਵੀ, ਮੈਂ ਗੱਲਬਾਤ ਕਰ ਰਿਹਾ ਸੀ, ਕੁਦਰਤ ਬਾਰੇ ਗੱਲ ਕਰ ਰਿਹਾ ਸੀ, ਉਹਨਾਂ ਨੇ ਗੱਲ ਕਹੀ ਕਿ ਉਹਨਾਂ ਨੇ ਘਰ ਦੇ ਵਿੱਚ 4 ਗਮਲੇ ਰੱਖੇ ਹੋਏ ਨੇ, ਤਾਂ ਉਹਨਾਂ ਨੇ ਘਰ ਵਿੱਚ ਗੱਲ ਕਰਦੇ ਨੇ, 4 ਗਮਲੇ ਦੇ ਅਲੱਗ-ਅਲੱਗ ਨਾਮ ਦਿੱਤੇ ਹੋਏ ਨੇ, ਤਾਂ ਉਹ ਗੱਲਬਾਤ ਕਰਦੇ ਨੇ ਕਿ ਮੈਂ ਉਹਨਾਂ ਨਾਲ ਗੱਲ ਕਰਾਂ ਜਾ ਕੇ ਵੀ ਕੁਝ ਮਹਿਸੂਸ ਹੁੰਦਾ ਵੀ, ਉਹ ਵੀ ਕਹਿੰਦੇ ਮੇਰੇ ਨਾਲ ਕੋਈ ਗੱਲਾਂ ਕਰਦੇ ਨੇ। ਕੁਦਰਤ ਹੈ, ਜੇ ਕੁਦਰਤ ਦਾ ਮੇਰਾ ਕੱਲ ਵੀ ਉਹਨਾਂ ਨੇ ਇੱਕ ਸਵਾਲ ਪੁੱਛਿਆ ਸੀ, ਮੈਂ ਤੁਹਾਨੂੰ ਉਹੀ ਸਵਾਲ ਪੁੱਛ ਰਿਹਾ। ਕੁਦਰਤ ਜਿਵੇਂ ਇੱਕ ਉਹਨਾਂ ਨੇ ਵੀ ਕਿਹਾ ਸੀ ਕਿ ਕੁਦਰਤ ਜਿਹੜੀ ਆਪਣੇ ਨਿਯਮ ਨਹੀਂ ਬਦਲਦੀ, ਪਰ ਇਨਸਾਨ ਜਿਹੜਾ ਹੈਗਾ ਉਹ ਆਪਣੇ ਨਿਯਮ ਬਦਲ ਲੈਂਦਾ ਹੈ। ਜੇ ਕੁਦਰਤ ਆਪਣੇ ਨਿਯਮ ਬਦਲਦੀ ਹੈ, ਫਿਰ ਕਿਤੇ ਨਾ ਕਿਤੇ ਜਾ ਕੇ ਇਨਸਾਨਾਂ ਨੂੰ ਤਕਲੀਫ ਹੁੰਦੀ ਹੈ। ਦੇਖੋ ਜੀ, ਇਨਸਾਨ ਵੀ ਕੁਦਰਤ ਦਾ ਬਹੁਤ ਵੱਡਾ ਹਿੱਸਾ ਹੈ। ਜੇ ਕੁਦਰਤ ਨਿਯਮ ਬਦਲ ਸਕਦੀ ਹੈ ਤਾਂ ਇਨਸਾਨ ਨੂੰ ਪਰਮਾਤਮਾ ਨੇ ਸਿਕਸਥ ਸੈਂਸ ਦਿੱਤੀ ਹੈ, ਤੇ ਇਨਸਾਨ ਨੂੰ ਖੁਦ ਸਮਝਣਾ ਚਾਹੀਦਾ ਕਿ ਉਹਨੂੰ ਨਿਯਮ ਬਦਲਣੇ ਚਾਹੀਦੇ ਆ। ਦੇਖੋ ਹੁਣ ਆਪਾਂ ਨੂੰ ਪਤਾ, ਆਪਾਂ ਵੱਡੀਆਂ ਚਿਮਨੀਜ਼ ਲਾ ਲਈਆਂ, ਆਪਾਂ ਨੂੰ ਇਹ ਚੀਜ਼ ਮਿਲ ਰਹੀ ਹੈ, ਪਰ ਉਹਦੇ ਵਿੱਚ ਇਹ ਵੀ ਦੇਖੋ ਕਿ ਉਹ ਚਿਮਨੀਜ਼ ਦਾ ਧੂੰਆਂ ਆਪਣੇ ਕਿਤੇ ਨਾ ਕਿਤੇ ਪ੍ਰਦੂਸ਼ਿਤ ਕਰ ਰਿਹਾ। ਉਹਦੇ ਥਾਂ ਤੇ ਉਹਨਾਂ ਨੂੰ ਕੁਝ ਹੋਰ ਸੈਕਿੰਡ ਆਪਸ਼ਨ ਦੇਖਣੀ ਚਾਹੀਦੀ ਹੈ। ਹੁਣ ਦੇਖੋ ਮੋਟਰ ਵਹੀਕਲ ਹੈ, ਜੇ ਕਾਰਬਨ ਮੋਨੋਆਕਸਾਈਡਸ ਨਿਕਲਦੀਆਂ ਜਾਂ ਜਿਹੜੀਆਂ ਗੈਸਿਸ ਨਾਈਟ੍ਰੋਜਨ ਵਗੈਰਾ ਬਾਹਰ ਆਉਂਦੀਆਂ, ਉਹ ਕਿੰਨਾ ਜ਼ਿਆਦਾ ਖਤਰਨਾਕ ਧੂੰਆਂ ਇਹਨੂੰ ਮੰਨਿਆ ਜਾ ਸਕਦਾ ਹੈ, ਜਿਹੜਾ ਆਪਾਂ ਨੂੰ ਦਿਖਦਾ ਨਹੀਂ ਹੈ, ਬਟ ਕੁਦਰਤ ਨੂੰ ਕਿਤੇ ਨਾ ਕਿਤੇ ਪਰੇਸ਼ਾਨ ਕਰਦਾ ਹੈ। ਇਹਦੇ ਲਈ
ਵੀ ਹੁਣ ਇਹਨਾਂ ਨੇ ਮਤਲਬ ਮਾਰਚ ਦੇ ਵਿੱਚ ਤਾਂ ਵੈਸੇ ਮੋਸਟਲੀ ਗੱਡੀਆਂ ਬੈਨ ਕਰਕੇ ਦੂਜੀਆਂ ਮਤਲਬ 4 ਸਿਲੰਡਰਸ ਇਹਨਾਂ ਨੇ ਸਟਾਰਟ ਕਰਵਾਈਆਂ ਸੀਗੀਆਂ, ਰੀਜ਼ਨ ਬੀਇੰਗ ਕਿ ਉਹ ਗੈਸਸ ਤੋਂ ਮੁਕਤੀ ਮਿਲ ਸਕੇ। ਹੁਣ ਏਸੀਜ਼ ਨੂੰ ਲਾ ਲਓ ਜਾਂ ਤੁਸੀਂ ਰੈਫਰੀਜਰੇਟਰਸ ਦੇ ਵਿੱਚ ਜਿਹੜੀਆਂ ਗੈਸਸ ਹੁੰਦੀਆਂ ਉਹ ਕਿਤੇ ਨਾ ਕਿਤੇ ਕੁਦਰਤ ਨੂੰ ਪਰੇਸ਼ਾਨ ਕਰਦੀਆਂ ਹੀ ਹੈ। ਤਾਂ ਉਹ ਜਿਹੜੇ ਆਵਿਸ਼ਕਾਰ ਹੈ ਉਹਨਾਂ ਦੀ ਵਰਤੋਂ ਘੱਟ ਕਰੋ। ਆਮ ਤੁਸੀਂ ਕੁਦਰਤ 'ਚ ਰਹਿਣਾ ਸਿੱਖੋ। ਪੁਰਾਣੇ ਬਜ਼ੁਰਗ ਹੁੰਦੇ ਸੀ ਹਵਾਵਾਂ 'ਚ ਹੀ ਰਹਿੰਦੇ ਸੀ, ਪੱਖੀਆਂ ਝੱਲਦੇ ਸੀ ਜਾਂ ਪੱਖਿਆਂ 'ਚ ਰਹਿੰਦੇ ਸੀ। ਉਹ ਆਪਾਂ ਆਪਣੀ ਨਾ ਜ਼ਿੰਦਗੀ ਨੂੰ ਬੜਾ ਸੌਖਾ ਬਣਾ ਲਿਆ, ਇਸ ਕਰਕੇ ਅੱਗੇ ਹੱਥਾਂ ਨਾਲ ਕੱਪੜੇ ਧੋਤੇ ਆ, ਮਸ਼ੀਨ ਆ ਗਈ ਹੈਗੀ ਹੈ। ਹੁਣ ਬਸ ਇੰਨੀ ਗੱਲ ਹੈ, ਹੁਣ ਮੇਰੇ ਘਰੇ ਬਹੁਤ ਗਮਲੇ ਆ, ਮੋਰ ਦੈਨ 50 to 100 ਗਮਲੇ ਹੋਣਗੇ। ਮੈਂ ਇੱਕ ਦਿਨ ਛੱਡ ਕੇ ਉਹਨਾਂ ਨੂੰ ਪਾਣੀ ਪਾਉਂਦੀ। ਜਦੋਂ ਤੁਸੀਂ ਪਾਣੀ ਪਾਉਂਦੇ ਹੋ ਉਹਨਾਂ ਨੂੰ ਹਨਾ, ਆ 2-3 ਦਿਨ ਪਹਿਲਾਂ ਮੀਂਹ ਵੀ ਵਰਸਦਾ ਰਿਹਾ ਵਾ, ਤੁਹਾਨੂੰ ਬਹੁਤ ਚੰਗਾ ਲੱਗਦਾ। ਇਸ ਕਰਕੇ ਤੁਹਾਡੇ ਚੋਂ ਸਭ ਚੀਜ਼ਾਂ ਹੋਣੀਆਂ ਚਾਹੀਦੀਆਂ। ਜੇ ਕੁਦਰਤ ਨਿਯਮ ਬਦਲਦੀ ਹੈ ਤੇ ਇਨਸਾਨ ਨੂੰ ਉਸ ਤੋਂ ਪਹਿਲਾਂ ਨਿਯਮ ਬਦਲਣੇ ਚਾਹੀਦੇ ਆ, ਤਾਂ ਜੋ ਉਹਦਾ ਵੀ ਨੁਕਸਾਨ ਕੁਦਰਤ ਦਾ ਵੀ ਨਾ ਹੋਵੇ, ਆਪਣਾ ਵੀ ਨਾ ਹੋਵੇ। ਇਨਸਾਨ ਕਦੀ ਕੁਦਰਤ ਤੋਂ ਬਾਹਰ ਨਹੀਂ, ਇਨਸਾਨ ਇੱਕ ਸਮਝ ਤੋਂ ਬਾਹਰ ਹੋ ਜਾਂਦਾ। ਇਨਸਾਨ ਵੀ ਕੁਦਰਤ ਦਾ ਹੀ ਹਿੱਸਾ ਹੈਗਾ। ਕੁਦਰਤ ਨੂੰ ਪਿਆਰ ਕਰੋਗੇ ਤਾਂ ਕੁਦਰਤ ਤੁਹਾਨੂੰ ਦੁੱਗਣਾ ਪਿਆਰ ਕਰੂਗੀ। ਕੁਦਰਤ ਨਾਲ ਗੱਲਾਂ ਬਾਤਾਂ ਕਰੋਗੇ ਤਾਂ ਕੁਦਰਤ ਤੁਹਾਨੂੰ ਦੁੱਗਣੀਆਂ ਗੱਲਾਂ ਬਾਤਾਂ ਕਰੂਗੀ। ਜਿਵੇਂ ਹੁਣ ਤੁਸੀਂ ਮੈਂ ਮੇਰੀਆਂ ਜੇ ਵੀਡੀਓ ਕਲਿੱਪਸ ਦੇਖੀਆਂ, ਮੇਰੇ ਕਈ ਫੈਨਸ ਨੇ, ਤਾਂ ਮੇਰੇ ਕੋਲ ਨਾ ਕੁਝ ਸੌਫਟ ਟੁਆਇਜ਼ ਪਏ ਆ, ਉਹਨਾਂ ਦੇ ਮੈਂ ਕੁਝ ਨਾਮ ਰੱਖੇ ਆ। ਕਈ ਵਾਰ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗ ਜਾਂਦੀ ਆ। ਉਹ ਬੋਲਦੇ ਕੁਝ ਨਹੀਂ, ਬਟ ਉਹਨਾਂ ਨੂੰ ਜੇ ਤੁਸੀਂ ਦੇਖਦੇ ਆ, ਉਹਨੂੰ ਤੁਹਾਨੂੰ ਅੰਦਰੋਂ ਜਵਾਬ ਆਉਂਦਾ ਕਿ ਉਹ ਤੁਹਾਡੇ ਨਾਲ ਜਿਵੇਂ ਸਵਾਲ ਜਵਾਬ ਕਰ ਰਹੇ। ਇੱਕ ਜੀ ਨॉन ਲਿਵਿੰਗ ਬੀਇੰਗ ਚੀਜ਼ ਜਿਹਦੇ ਜਾਨ ਨਹੀਂ, ਉਹ ਤੁਹਾਡੇ ਨਾਲ ਗੱਲ ਕਰ ਸਕਦੀ ਹੈ। ਫਲ ਪੌਦੇ ਬੂਟਿਆਂ 'ਚ ਤਾਂ ਜਾਨ, ਉਹ ਕਿਉਂ ਨਹੀਂ ਤੁਹਾਡੇ ਨਾਲ ਗੱਲਾਂ ਕਰ ਸਕਦੀ? ਇਹ ਬਹੁਤ ਵਧੀਆ ਸੇਖੋ ਜੀ ਨੇ ਮਤਲਬ ਸਵਾਲ ਕੀਤਾ। ਇਹ ਚੰਗੀ ਆਦਤ ਹੈ ਜੀ, ਤੁਸੀਂ ਵੀ ਇਹੋ ਜਿਹੀ ਆਦਤਾਂ ਅਪਣਾਓ। ਕੁਦਰਤ ਨਾਲ ਮੈਕਸਿਮਮ ਪਿਆਰ ਕਰੋ। ਜਿਵੇਂ ਹੁਣ ਟਾਈਮ ਹੈ, ਹੁਣ ਗਰਮੀ ਆ ਗਈ, ਹੁਣ ਮੈਂ ਤੁਸੀਂ ਦੇਖੋ ਮੇਰੇ ਫਲੈਟ 'ਚ ਮੈਂ ਇੱਕ ਮਤਲਬ ਛੋਟਾ ਬਰਤਨ ਰੱਖਿਆ ਪਾਣੀ ਲਈ, ਚਿੜੀਆਂ ਲਈ ਮੈਂ ਚੋਗਾ ਰੱਖਿਆ, ਤੇ ਫਿਰ ਬਹੁਤ ਚੰਗੀਆਂ ਲਾਲੀਆਂ ਆਉਂਦੀਆਂ, ਕਬੂਤਰ ਆਉਂਦੇ ਆ, ਅੱਜ ਬਿੱਲੀ ਬੈਠੀ ਹੋਈ ਸੀ ਹਨਾ। ਇਹ ਚੀਜ਼ਾਂ ਜਦੋਂ ਆਉਂਦੀਆਂ ਕੁਦਰਤ ਬਹੁਤ ਚੰਗੀ ਲੱਗਦੀ ਹੈ। ਅੱਜ ਕੱਲ ਤੁਸੀਂ ਹੁਣ ਜੇ ਤੁਸੀਂ ਬੰਬੇ ਦੀ ਗੱਲ ਕਰੋ ਤਾਂ ਫਲੈਮਿੰਗੋਜ਼ ਵੱਡੇ ਵੱਡੇ ਪੰਛੀ ਹੁੰਦੇ ਆ ਗੁਲਾਬੀ ਜਿਹੇ ਰੰਗ ਦੇ। ਕਿੰਨੇ ਜ਼ਿਆਦਾ ਫਲੈਮਿੰਗੋਜ਼ ਆਏ ਹੋਏ ਆ ਮਹਾਰਾਸ਼ਟਰ ਸਾਈਡ, ਤੁਸੀਂ ਬੰਬੇ ਸਾਈਡ ਦੇਖੋ ਤਾਂ ਐ ਲੱਗਦਾ ਜਿਵੇਂ ਸਾਰਾ ਪਿੰਕ ਸਿਟੀ ਬਣਾਤਾ ਹੋਵੇ ਉਹਨਾਂ ਨੇ। ਮੇਰਾ ਉਹ ਮੇਰਾ ਮੇਰਾ ਇੱਕ ਹੋਰ ਸਵਾਲ ਹੈ ਪਿੰਕੀ ਜੀ, ਜਿਸ ਤਰੀਕੇ ਨਾਲ ਹੁਣ ਸਾਨੂੰ ਫੋਨ ਵਗੈਰਾ ਵੀ ਆਉਂਦੇ ਨੇ, ਕਾਲਸ ਵਗੈਰਾ ਵੀ ਆਉਂਦੇ ਨੇ ਵੀ ਤੁਸੀਂ ਇੱਥੇ ਆ ਕੇ ਦੇਖੋ ਵੀ ਕਿਸ ਤਰੀਕੇ ਨਾਲ ਅਸੀਂ ਜਾ ਕੇ ਆਏ ਸੀ। ਫੋਨ ਕਾਲ ਵੀ ਆਇਆ ਸੀ ਕਿ ਜਿਹੜੇ ਮੋਰ ਹੈਗੇ ਨੇ 8 ਤੋਂ 10 ਮੋਰ ਜਿਹੜੇ ਨੇ, ਉਹ ਸੈਕਟਰ 39 ਦੇ ਵਿੱਚ ਉੱਥੇ ਗਾਰਡਨ ਵੀ ਬਣਿਆ ਹੋਇਆ ਪੀਕੌਕ ਦਾ। ਉਹ ਬਾਹਰ ਆ ਗਈ ਸੀ, ਸੜਕਾਂ ਤੇ ਸੀ, ਘਰ ਦੇ ਵਿੱਚ ਹੈਗੇ ਸੀ। ਇੱਕ ਉੱਥੇ ਸਾਨੂੰ ਫੋਨ ਤੇ ਇੱਕ ਸ਼ਖਸ ਨੇ ਕਿਹਾ ਕਿ ਦੇਖੋ ਵੀ ਕਹਿੰਦੇ ਮੈਂ ਸਵੇਰੇ ਸਵੇਰੇ ਜਦੋਂ ਜਾਣਾ ਤੇ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹੁੰਦਾ। ਉਹਨਾਂ ਨੇ ਗੱਲ ਸ਼ੇਅਰ ਕੀਤੀ ਕਿ ਜਦੋਂ ਮੈਂ ਸਵੇਰੇ ਜਾਣਾ ਜਾਂ ਦੁਪਹਿਰ ਨੂੰ ਕਿਤੇ ਬਾਹਰ ਨਿਕਲਦਾ, ਕਿਉਂਕਿ ਉਹ ਉਹਨਾਂ ਨੂੰ ਪਾਸ ਵਗੈਰਾ ਮਿਲਿਆ ਹੋਇਆ, ਕੰਮ ਕਰਨ ਜਾਂਦੇ ਨੇ, ਮੁਲਾਜ਼ਮ ਨੇ ਸਰਕਾਰੀ। ਉਹਨਾਂ ਨੇ ਗੱਲ ਕਹੀ ਕਿ ਵੀ ਮੈਨੂੰ ਪੰਛੀ ਜਦੋਂ ਚਹਿਕਦੇ ਨੇ ਤੇ ਸਵਾਲ ਪੁੱਛਦੇ ਨੇ ਕਿ ਸੁੱਖ ਸਾਂਦ ਹੈਗੀ ਹੈ ਵੀ ਤੁਸੀਂ ਇਨਸਾਨ ਜਿਹੜੇ ਹੈਗੇ ਨੇ ਸਾਰੇ ਬਾਹਰ ਨਹੀਂ ਆ ਰਹੇ, ਮੋਟਰ ਵਹੀਕਲ ਨਹੀਂ ਚੱਲ ਰਹੀ, ਵੀ ਕਿੱਥੇ ਤੁਸੀਂ ਲੁਕੇ ਹੋਏ ਹੋ? ਉਹ ਪੰਛੀ ਕਹਿੰਦੇ ਸਵਾਲ ਪੁੱਛਦੇ ਨੇ ਮੈਨੂੰ, ਤੇ ਕਹਿੰਦੇ ਮੈਨੂੰ ਕੋਈ ਜਵਾਬ ਨਹੀਂ ਆਉਂਦਾ ਕਿ ਅੱਗੇ ਮੈਂ ਕੀ ਜਵਾਬ ਦੇਵਾਂ ਵੀ ਕਿਸ ਕਾਰਨ ਇਨਸਾਨ ਜਿਹੜੇ ਘਰ ਵਿੱਚ ਬੈਠੇ ਹੋਏ ਨੇ। ਪੰਛੀਆਂ ਨੂੰ ਇਹ ਚੀਜ਼ ਸਮਝ ਲਈ ਤਾਂ ਲੱਗਦਾ ਇਨਸਾਨ ਵੀ ਕਿਤੇ ਨਾ ਕਿਤੇ ਸਮਝੂਗਾ ਫਿਰ। ਨਹੀਂ ਬਿਲਕੁਲ ਜੀ ਬਿਲਕੁਲ। ਜਦ ਵੀ ਹੁਣ ਤੁਸੀਂ ਕੋਈ ਰੋਡ ਤੇ ਗੱਡੀ ਦੇਖੋ, ਜਿਹੜੇ ਅੱਗੇ ਕੁੱਤੇ ਤੁਹਾਨੂੰ ਭੌਂਕਦੇ ਹੁੰਦੇ ਸੀਗੇ ਅਕਸਰ, ਉਹ ਹੁਣ ਕੁੱਤੇ ਨਾ ਭੌਂਕਦੇ ਨੂੰ ਬੜੇ ਪਿਆਰ ਨਾਲ ਗੱਡੀਆਂ ਦੇ ਕੋਲੇ ਆਉਂਦੇ ਆ, ਕਿਉਂਕਿ ਉਹ ਵੀ ਜਾਨਵਰ ਕਿਤੇ ਨਾ ਕਿਤੇ ਇਨਸਾਨ ਤੁਰਿਆ ਜਾਂਦਾ ਉਹਨੂੰ ਕੁਛ ਨਾ ਕੁਛ ਪਾ ਦਿੰਦਾ ਸੀ। ਹੁਣ ਮੇਰੀ ਸੁਸਾਇਟੀ ਜਾਂ ਮੈਂ ਕੁਝ ਬਿਸਕੁਟਸ ਲਏ ਹੋਏ ਆ ਜਾਂ ਪੁਰਾਣੀਆਂ ਰੋਟੀਆਂ ਹੋ ਗਈਆਂ ਜਾਂ ਕੁਝ ਮਤਲਬ ਆਪਣੇ ਫਰੂਟ ਵਗੈਰਾ ਹੁੰਦੇ ਆ, ਤੇ ਮੈਂ ਕਈ ਵਾਰ ਜਾ ਕੇ ਗਾਵਾਂ ਨੂੰ, ਕੁੱਤਿਆਂ ਨੂੰ, ਜਿੰਨੇ ਕੁ ਜੋਗਾ ਇਨਸਾਨ ਹੁੰਦਾ ਉਹਨਾਂ ਕੁ ਮੈਂ ਜਾ ਕੇ ਉਹਨਾਂ ਨੂੰ ਫੀਡ ਅਪ ਕਰੇ ਆਉਂਦੀ ਆ, ਕਿਉਂਕਿ ਉਹ ਵੀ ਕਿਤੇ ਨਾ ਕਿਤੇ ਉਹ ਇਨਸਾਨ ਦਾ ਵਿਰਾਗ ਕਰਦੇ ਨੇ ਕਿੱਥੇ ਚਲੇ ਗਏ ਨੇ। ਹੁਣ ਤੁਸੀਂ ਅੰਦਾਜ਼ਾ ਲਾਓ, ਮੈਂ ਸ਼ਾਮ ਨੂੰ ਜਦੋਂ ਛੱਤ ਤੇ ਸੈਰ ਕਰਨ ਜਾਂਦੀ ਹਾਂ ਤਾਂ ਮੈਨੂੰ ਬਹੁਤ ਸੋਹਣੀਆਂ ਆਵਾਜ਼ਾਂ, ਮਤਲਬ ਮੋਰ ਦੀ ਅਲੱਗ ਜਿਹੀ ਆਵਾਜ਼ ਸੁਣਨ ਨੂੰ ਮਿਲਦੀ ਆ। ਤਾਂ ਕਿਤੇ ਨਾ ਕਿਤੇ ਪੰਛੀਆਂ ਨੂੰ ਵੀ ਇੱਕ ਦੁੱਖ ਦਾ ਪ੍ਰਗਟਾਵਾ ਹੁੰਦਾ ਕਿ ਸਾਰੇ ਇਨਸਾਨ ਕਿੱਥੇ ਚਲੇ ਗਏ। ਕਹਿੰਦਾ ਅੱਜ ਮਤਲਬ ਏਦਾਂ ਮਹਿਸੂਸ ਹੋ ਰਿਹਾ ਹੈ ਕਿ ਪਿੰਜਰੇ ਤੋਂ ਆਜ਼ਾਦ ਪੰਛੀ ਹੋ ਗਿਆ ਤੇ ਇਨਸਾਨ ਪਿੰਜਰੇ ਦੇ ਅੰਦਰ ਕੈਦ ਹੋ ਗਿਆ ਲੱਗਦਾ। ਬਟ ਦੇਖੋ ਅੱਜ ਇਹ ਚੀਜ਼ ਤਾਂ ਆਪਾਂ ਨੂੰ ਮਹਿਸੂਸ ਹੋ ਰਹੀ ਹੈ ਕਿ ਜਿੰਨੇ ਲੋਕਾਂ ਨੇ ਪਿੰਜਰਿਆਂ ਦੇ ਅੰਦਰ ਪੰਛੀ ਰੱਖੀ ਸੀ, ਕਿੱਦਾਂ ਦੀ ਜ਼ਿੰਦਗੀ ਲੱਗਦੀ ਹੈ ਜਦ ਆਪਾਂ ਐਡੇ ਖੁੱਲੇ ਘਰ 'ਚ, ਜਿੱਥੇ ਪੂਰੀ ਆਜ਼ਾਦੀ ਹੈ, ਆਪਾਂ ਜਿੱਥੇ ਮਰਜ਼ੀ ਆ ਜਾ ਬਹਿ ਸਕਦੇ ਆ, ਆਪਾਂ ਨੂੰ ਉੱਥੇ ਘੁਟਨ ਮਹਿਸੂਸ ਹੁੰਦੀ ਹੈ ਤਾਂ ਪੰਛੀਆਂ ਨੂੰ ਕਿੰਨੀ ਘੁਟਨ ਮਹਿਸੂਸ ਹੁੰਦੀ ਹੋਊਗੀ। ਤੇ ਮੈਂ ਤਾਂ ਇਹ ਦਰਖਾਸਤ ਕਰਦੀ ਕਿ ਜਿਨ੍ਹਾਂ ਦੇ ਘਰਾਂ 'ਚ ਪੰਛੀ ਉਹਨਾਂ ਨੇ ਸ਼ੋਅ ਨੂੰ ਜਾਂ ਸਜਾਵਟ ਨੂੰ ਰੱਖਿਆ, ਜ਼ਰੂਰ ਰੱਖੋ, ਬਟ ਉਹਨਾਂ ਨੂੰ ਖੁੱਲੇ ਰੱਖੋ। ਚਾਹੇ ਘਰ ਦੇ ਵਿੱਚ ਖੁੱਲੇ ਰੱਖੋ, ਪਰ ਉਹਨਾਂ ਨੂੰ ਪਿੰਜਰਿਆਂ 'ਚ ਤਾੜ ਕੇ ਨਾ ਰੱਖੋ, ਕਿਉਂਕਿ ਇਨਸਾਨ ਦਾ ਕਦੀ ਵੀ ਹੱਕ ਨਹੀਂ ਬਣਦਾ ਉਹ ਕੁਦਰਤ ਦੇ ਅੱਗੇ ਮਤਲਬ ਅਗੇਂਸਟ ਜਾ ਸਕੇ, ਕਿਸੇ ਨੂੰ ਮਾਰ ਸਕੇ, ਕਿਸੇ ਨੂੰ ਆਪਣੇ ਕੈਦ ਕਰਕੇ ਰੱਖ ਸਕੇ। ਜਦ ਅੱਜ ਇਨਸਾਨ ਨਾ ਹੁੰਦੀ ਪਈ ਹੈ ਤਾਂ ਉਹਨੂੰ ਲੱਗਦਾ। ਇਹਦੇ ਲਈ ਇੱਕ ਮੈਂ ਸ਼ਾਇਰੀ ਵੀ ਅੱਜ ਸੀ, पंछियां ਦੀ शायरी सी, आज तो जिंदगी पिंजरे की पंछी की तरह हो गई है। कहता आज तो जिंदगी पिंजरे की पंछी की तरह हो गई है, आसमान तो देख सकता हूं लेकिन उड़ नहीं सकता। ਉਹੀ ਗੱਲ ਹੈ ਜੀ। ਇਸ ਕਰਕੇ
कहता है बुलंदी की उड़ान पर है तो सब्र रखो, क्योंकि परिंदे बताते हैं कि आसमान पर ठिकाने नहीं होते। सो इस करके जिंदगी ਦੇ ਵਿੱਚ ਜਦੋਂ ਇਨਸਾਨ ਬਹੁਤ ਵੱਡਾ ਬਣ ਜਾਂਦਾ, ਉਹਨੂੰ ਨੇਮ ਫੇਮ ਮਿਲ ਜਾਂਦਾ ਹੈ, ਜਦੋਂ ਧਰਤੀ ਤੋਂ ਪੈਰ ਛੱਡਦਾ ਤਾਂ ਉਹ ਅਸਮਾਨ ਨਾਲ ਉੱਡਦਾ ਹੈ ਕਿ ਬਹੁਤ ਹਾਈ ਫਾਈ ਸ਼ੋ ਬਿਜ਼ਨਸ ਕਰਦਾ ਹੈ, ਪਰ ਉਸ ਤੋਂ ਬਾਅਦ ਉਹਨੂੰ ਅਖੀਰ ਤੇ ਮਿੱਟੀ ਨਾਲ ਹੀ ਜੁੜਨਾ ਪੈਂਦਾ ਹੈ। ਇਸ ਕਰਕੇ ਜਿਹੜਾ ਇਨਸਾਨ ਬਹੁਤ ਵੱਡੇ ਲੋਕ ਹੈ, ਜਿਹੜੇ ਡਾਊਨ ਟੂ ਅਰਥ ਹੈ, ਇਸ ਪੈਰ ਮਤਲਬ ਮਿੱਟੀ ਨਾਲ ਆਪਣਾ ਲਗਾਵ ਨਹੀਂ ਛੱਡਦੇ, ਉਹ ਬਹੁਤ ਅੱਗੇ ਚਲੇ ਜਾਂਦੇ ਨੇ। ਇਨਸਾਨ ਦਾ ਵੱਡਾ ਹੋਣਾ ਬਹੁਤ ਮੈਟਰ ਨਹੀਂ ਕਰਦਾ, ਤੁਹਾਡਾ ਬੜਪਣ ਮੈਟਰ ਕਰਦਾ ਕਿ ਤੁਸੀਂ ਕਿਹੜੀ ਸ਼ਖਸੀਅਤ ਦੇ ਮਾਲਿਕ ਹੋ। ਪੈਸਾ ਤੁਹਾਡੀ ਕਾਬਲੀਅਤ ਨਹੀਂ ਪ੍ਰੂਫ ਕਰ ਸਕਦਾ। ਬੰਦੇ ਕਈਆਂ ਲੋਕਾਂ ਕੋਲ ਅਰਬਾਂ ਖਰਬਾਂ ਪੈਸਾ ਹੈ, ਉਹਦੀ ਕਾਬਲੀਅਤ ਨਹੀਂ ਬਣਾ ਸਕਦਾ। ਕਾਬਲੀਅਤ ਗਰੀਬ ਇਨਸਾਨ ਵੀ ਕਾਬਲੀਅਤ ਬਣਾ ਸਕਦਾ। ਜੇ ਤੁਸੀਂ ਐਲਬਰਟ ਆਇਨਸਟਾਈਨ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਕਿੱਡਾ ਵੱਡਾ ਸਾਇੰਸਦਾਨ ਸੀਗਾ, ਤੇ ਤੁਸੀਂ ਅੰਦਾਜ਼ਾ ਲਾਓ, ਅੱਜ ਮੈਂ ਇੱਕ ਸਵਾਲ ਚੋਂ ਹੀ ਤੁਹਾਡਾ ਮੈਂ ਗੱਲਬਾਤ ਕੱਢ ਰਹੀ ਹਾਂ। ਇੱਕ ਉਹਨੇ ਵੇਟਰ ਨੂੰ ਇੱਕ ਸਲਿੱਪ ਲਿਖ ਕੇ ਦਿੱਤੀ ਸੀਗੀ, ਇੱਕ ਵੇਟਰ ਨੂੰ, ਕਿਉਂਕਿ ਉਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਤੈਨੂੰ ਟਿਪ ਦੇਣ ਲਈ, ਪਰ ਉਹ ਕਹਿੰਦਾ ਕਿ ਇਸ ਨੂੰ ਸੰਭਾਲ ਕੇ ਰੱਖੀ, ਕਿਸੇ ਦਿਨ ਇਹ ਤੈਨੂੰ ਸਲਿੱਪ ਕੁਛ ਨਾ ਕੁਛ ਪੇ ਕਰੂ। ਜਦ ਐਲਬਰਟ ਆਇਨਸਟਾਈਨ ਨੇ ਖੋਜ ਕਰ ਲਈ ਬਿਜਲੀ ਦੀ, ਡੈਥ ਹੋਣ ਤੋਂ ਬਾਅਦ ਉਹਨੇ ਉਹ ਸਲਿੱਪ ਦਿੱਤੀ। ਤੁਸੀਂ ਬਿਲੀਵ ਕਰੋ $4 ਲੱਖ ਦੀ ਉਹ ਸਲਿੱਪ ਦਾ ਉਹਨੂੰ ਪੇ ਮਿਲਿਆ ਸੀ। ਉਹਨੇ ਸੋਚਿਆ ਵੀ ਨਹੀਂ ਸੀ, ਇੱਕ ਜਿਹੜਾ ਸ਼ੈਫ ਹੁੰਦਾ ਹੈ ਜਾਂ ਮਤਲਬ ਆਪਣੇ ਵੇਟਰਸ ਹੁੰਦੇ ਆ, ਤਾਂ ਉਹਦਾ ਸ਼ਖਸੀਅਤ ਬੋਲਦੀ, ਉਹਦੇ 2 ਲਾਈਨਾਂ ਲਿਖੀ ਐਲਬਰਟ ਆਇਨਸਟਾਈਨ ਦੀ, ਉਹ ਬੰਦੇ ਦੀ ਜ਼ਿੰਦਗੀ ਬਦਲ ਗਈ। ਬਹੁਤ ਮਿਹਰਬਾਨੀ ਪਿੰਕੀ ਜੀ, ਤੁਸੀਂ ਸਾਨੂੰ ਸਮਾਂ ਦਿੱਤਾ ਤੇ ਲੋਕਾਂ ਨੂੰ ਵੀ ਜਾ ਕੇ ਕਿਤੇ ਨਾ ਕਿਤੇ ਥੋੜੀ ਕੁਦਰਤ ਦੀ ਸਮਝ ਲੱਗੇਗੀ। ਬਹੁਤ ਮਿਹਰਬਾਨੀ ਪਿੰਕੀ ਜੀ। ਤੇ ਹੁਣ ਮੈਂ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਜਿਸ ਤਰੀਕੇ ਨਾਲ ਆਪਾਂ ਸਾਰੇ ਹੀ ਕੁਦਰਤ ਦੀ ਗੱਲ ਕਰ ਰਹੇ ਹਾਂ ਵੀ ਕੁਦਰਤ ਜਿਹੜੀ ਹੈਗੀ ਹੈ ਬਹੁਤ ਹੀ ਨੁਹਾਵਣੀ ਚੀਜ਼ ਹੈਗੀ ਆ, ਆਪਾਂ ਇਸ ਨਾਲ ਖਿਲਵਾੜ ਨਹੀਂ ਕਰ ਸਕਦੇ। ਇਸ ਦਾ ਇਹ ਮਤਲਬ ਨਹੀਂ ਹੈ ਤੁਸੀਂ ਅੱਜ ਕੁਦਰਤ ਦੀ ਗੱਲਾਂ ਕਰ ਰਹੇ ਹੋ ਜਾ ਕੇ ਤਾਂ ਜੋ ਲੋਕਡਾਊਨ ਖੁੱਲ ਜਾਊਗਾ ਉਸ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਿਜ਼ੀ ਹੋ ਜਾਓਗੇ। ਸਾਰੇ ਸੋਸ਼ਲ ਮੀਡੀਆ ਤੇ ਲੱਗੇ ਹੋਏ ਨੇ, ਸਾਰੇ ਹੀ ਲਾਈਵ ਹੋ ਕੇ ਗੱਲ ਕਰ ਰਹੇ ਨੇ ਕਿ ਕੁਦਰਤ ਨੂੰ ਸਾਨੂੰ ਨਿਹਾਰਨਾ ਚਾਹੀਦਾ ਹੈ, ਕੁਦਰਤ ਨਾਲ ਖਿਲਵਾੜ ਨਾ ਕਰੋ। ਪਰ ਇਹ ਤੁਹਾਨੂੰ ਇਹ ਵੀ ਦੱਸ ਦਈਏ ਕਿ 100 ਸਾਲ ਬਾਅਦ ਬਿਮਾਰੀ ਆਈ ਹੈ, ਦੁਬਾਰਾ ਫਿਰ ਆਈ ਹੈ। ਆਪਾਂ ਪਹਿਲਾਂ ਵੀ ਦੇਖਿਆ, ਸਵੈਨ ਫਲੂ ਦੀ ਗੱਲ ਕਰ ਲਈਏ ਜਾਂ ਹੁਣ ਕਰੋਨਾ ਵੀ ਆਇਆ ਹੋਇਆ ਕਿ ਅਸੀਂ ਕਿਤੇ ਭੁੱਲ ਜਾਂਦੇ ਹਾਂ, ਬਿਮਾਰੀ ਆਉਂਦੀ ਹੈ ਠੀਕ ਹੋ ਜਾਂਦੇ, ਉਸ ਵੇਲੇ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਕਿਸੇ ਚੀਜ਼ ਚੋਂ ਲੰਘੇ ਸੀ, ਕਿਸੇ ਮਾਹੌਲ ਦੇ ਵਿੱਚੋਂ ਔਖੇ ਸਮੇਂ 'ਚ ਗੁਜ਼ਰੇ ਸੀ। ਪਰ ਸਾਨੂੰ ਇਹ ਮਾਹੌਲ ਵੀ ਯਾਦ ਰੱਖਣਾ ਪੈਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਾਨੂੰ ਮਿਸਾਲ ਵੀ ਪੈਦਾ ਕਰਨੀ ਪੈਣੀ ਹੈ ਕਿ ਅਸੀਂ ਕੁਦਰਤ ਨਾਲ ਖਿਲਵਾੜ ਨਾ ਕਰੀਏ। ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਕੁਦਰਤ ਨੇ ਸਾਨੂੰ ਬਿਮਾਰੀ ਦਿੱਤੀ ਹੈ, ਬਿਮਾਰੀ ਜੋ ਹੈਗੀ ਆ ਉਹ ਇਨਸਾਨਾਂ ਦੁਆਰਾ ਹੀ ਕਿਤੇ ਨਾ ਕਿਤੇ ਇੱਕ ਦੂਜੇ ਵਿੱਚ ਗਈ ਹੈ। ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਹਾਂ ਇਹ ਗੱਲ ਕਿਤੇ ਨਾ ਕਿਤੇ ਚਮਗਾਦੜ ਉੱਤੇ ਇਹ ਦੋਸ਼ ਦਿੱਤਾ ਜਾਂਦਾ, ਪਰ ਕਿਤੇ ਵੀ ਹਲੇ ਉਹ ਕੋਈ ਆਫੀਸ਼ੀਅਲੀ ਕੋਈ ਸਿੱਧ ਨਹੀਂ ਕਰ ਪਾਇਆ ਕਿ ਇਨਸਾਨ ਨੇ ਉਸ ਤੋਂ ਅੱਗੇ ਜਾ ਕੇ ਕਿਵੇਂ ਬਿਮਾਰੀ ਜਿਹੜੀ ਉਹ ਉਹਦੇ ਵਿੱਚ ਗਈ ਹੈ। ਪਰ ਸਵਾਲ ਇੱਥੇ ਹੀ ਖੜਾ ਹੋ ਜਾਂਦਾ ਕਿ ਜੇ ਕੁਦਰਤ ਤੇ ਹੈਗਾ, ਕੁਦਰਤ ਨੂੰ ਤੁਸੀਂ ਨਿਹਾਰੋ। ਅੱਜ ਤੁਸੀਂ ਗੱਲਾਂ ਕਰ ਰਹੇ ਹੋ, ਕੱਲ ਜਾ ਕੇ ਇਹ ਨਾ ਹੋਵੇ ਕਿ ਤੁਸੀਂ ਭੁੱਲ ਜਾਵੋ। ਕੁਦਰਤ ਸਭ ਤੋਂ ਵੱਡੀ ਚੀਜ਼ ਹੈ, ਕੁਦਰਤ ਤੋਂ ਉੱਪਰ ਕੋਈ ਵੀ ਚੀਜ਼ ਨਹੀਂ ਹੈਗੀ। ਉਸ ਅੱਗੇ ਸਭ ਨੂੰ ਹੀ ਝੁਕਣਾ ਪੈਂਦਾ ਹੈ। ਜੇ ਕੁਦਰਤ ਨਹੀਂ ਹੈਗੀ ਇਸ ਮਤਲਬ ਤੁਸੀਂ ਵੀ ਨਹੀਂ ਹੈਗੇ। ਇਹ ਨਾ ਸੋਚੋ ਕਿ ਧਰਤੀ ਤੁਹਾਡੇ ਨਾਲ ਚੱਲਦੀ ਹੈ, ਧਰਤੀ ਜਿਹੜੀ ਹੈਗੀ ਉਹ ਆਪਣੇ ਆਪ ਚੱਲਦੀ ਹੈ, ਧਰਤੀ ਦੇ ਨਾਲ ਤੁਸੀਂ ਚੱਲਦੇ ਹੋ। ਜੇ ਧਰਤੀ ਹੈਗੀ ਤਾਂ ਤੁਸੀਂ ਹੈਗੇ ਹੋ, ਜੇ ਕੁਦਰਤ ਹੈਗੀ ਤਾਂ ਤੁਸੀਂ ਹੈਗੇ ਹੋ। ਤੁਸੀਂ ਆਪ ਹੀ ਬਾਹਰ ਜਾ ਕੇ ਮਹਿਸੂਸ ਕੀਤਾ ਹੋਣਾ ਜਿਸ ਤਰੀਕੇ ਨਾਲ ਹੁਣ ਜਿਹੜੀ ਆ ਗਲੋਬਲ ਵਾਰਮਿੰਗ ਹਟ ਗਈ ਹੈ, ਪੋਲੂਸ਼ਨ ਘੱਟ ਹੋ ਗਿਆ, ਨਦੀਆਂ ਦਾ ਪਾਣੀ ਜਿਹੜਾ ਸਾਫ਼ ਹੋ ਗਿਆ, ਫੁੱਲ ਖਿੜ ਚੁੱਕੇ ਨੇ, ਪੰਛੀ ਚਹਿਕ ਚੁਕਾ ਰਹੇ ਨੇ, ਜਾਨਵਰ ਸੜਕਾਂ ਤੇ ਆ ਗਏ ਨੇ। ਤੁਹਾਨੂੰ ਵੀ ਯਾਦ ਰੱਖਣਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਪੀੜ੍ਹੀਆਂ ਜਿਹੜੀਆਂ ਹੈਗੀਆਂ ਨੇ ਉਹ ਸਦਾ ਲਈ ਯਾਦ ਰੱਖੇਗੀ। ਪਰ ਕੁਛ ਨਾ ਕੁਛ ਇਨਸਾਨਾਂ ਨੂੰ ਇਸ ਬਿਮਾਰੀ ਤੋਂ ਸਿੱਖਣ ਦਾ ਜਿਹੜਾ ਹੈਗਾ ਉਹ ਮੌਕਾ ਜ਼ਰੂਰ ਮਿਲਿਆ, ਉਹ ਕੁਝ ਇਨਸਾਨਾਂ ਨੇ ਇੱਥੋਂ ਸਿੱਖਿਆ ਵੀ ਹੋਣਾ ਹੈ।